हाँ जी दोस्तों 2 फरवरी ਨੂੰ ਹੈਗਾ ਤੁਹਾਡੇ 12ਵੀਂ ਕਲਾਸ ਵਾਲਿਆਂ ਦਾ ਇਨਵਾਇਰਨਮੈਂਟ ਐਜੂਕੇਸ਼ਨ ਦਾ ਪ੍ਰੀ ਬੋਰਡ ਦਾ ਪੇਪਰ ਠੀਕ ਹੈ ਜੀ। ਤਾਂ ਇਸ ਵੀਡੀਓ ਦੇ ਵਿੱਚ ਅਸੀਂ ਇਹ ਪੇਪਰ ਪੂਰਾ ਸੋਲਵ ਕਰ ਲਿਆ ਵਾ ਤੇ ਹੁਣ ਤੁਹਾਡੀ ਚੰਗੀ ਤਰ੍ਹਾਂ ਤਿਆਰੀ ਕਰਾ ਦੇਵਾਂਗੇ। ਤਾਂ ਦੋਸਤੋ ਆਹ ਜਿਹੜਾ ਪੇਪਰ ਆ ਨਾ ਪੰਜਾਬ ਬੋਰਡ ਨੇ ਆਪਣੀ ਸਾਈਟ ਤੇ ਵੀ ਜਾਰੀ ਕੀਤਾ ਹੋਇਆ ਵਾ। ਤਾਂ ਵੈਰੀ ਇੰਪੋਰਟੈਂਟ ਕੁਐਸਚਨ ਆਨਸਰ ਇਹ ਹੈਗੇ ਨੇ ਠੀਕ ਹੈ। ਤਾਂ ਦੋਸਤੋ ਚਲੋ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਦੇਖ ਲਓ ਦੋਸਤੋ ਇਹ 45 ਨੰਬਰ ਦਾ ਪੇਪਰ ਹੋਣਾ, ਤੁਹਾਨੂੰ 2 ਘੰਟੇ ਦਾ ਸਮਾਂ ਮਿਲੇਗਾ। 1 ਮਾਰਕਸ ਦੇ ਵਾਲੇ ਜਿਹੜਾ ਹੈਗਾ ਆਪਾਂ ਪਹਿਲਾ ਪ੍ਰਸ਼ਨ ਦੇਖ ਲੈਂਦੇ ਹਾਂ। ਤਾਂ ਪਹਿਲਾ ਪ੍ਰਸ਼ਨ ਦੋਸਤੋ ਦੇਖ ਸਕਦੇ ਹੋ ਕਿ ਆਹ ਪੰਜਾਬੀ ਦੇ ਵਿੱਚ ਵੀ ਦਿੱਤਾ ਹੋਇਆ ਵਾ ਤੇ ਇੰਗਲਿਸ਼ ਦੇ ਵਿੱਚ ਵੀ ਦਿੱਤਾ ਹੋਇਆ। ਆਪਾਂ ਪੰਜਾਬੀ ਦੇ ਵਿੱਚ ਕਰਾਂਗੇ। ਤਾਂ ਦੇਖ ਲਓ ਦੋਸਤੋ ਸਭ ਤੋਂ ਪਹਿਲਾਂ ਕਿ ਹੇਠ ਦਿੱਤੇ ਵਿੱਚੋਂ ਕਿਹੜਾ ਮਨੁੱਖਾਂ ਲਈ ਭੋਜਨ ਦਾ ਸਰੋਤ ਨਹੀਂ ਹੈ। ਤੇ ਇੰਗਲਿਸ਼ ਦੇ ਵਿੱਚ ਵਿਚ ਫਰੋਮ ਦਾ ਫੋਲੋਇੰਗ ਇਜ਼ ਨਾਟ ਦ ਸੋਰਸ ਆਫ ਫੂਡ ਫॉर ਹਿਊਮਨਸ। ਤਾਂ ਦੋਸਤੋ ਇਸ ਦਾ ਜਿਹੜਾ ਰਾਈਟ ਆਂਸਰ ਆ ਜਾਏਗਾ ਉਹ ਆਏਗਾ ਦੋਸਤੋ ਸੀ ਆਪਸ਼ਨ ਯਾਨੀ ਕਿ ਘੋੜਾ ਠੀਕ ਹੈ ਜੀ। ਯਾਨੀ ਕਿ ਦੋਸਤੋ ਜਿਹੜਾ ਘੋੜਾ ਵਾ ਉਹ ਕੀ ਹੈ, ਭੋਜਨ ਦਾ ਸਰੋਤ ਨਹੀਂ ਹੈ ਠੀਕ ਹੈ ਜੀ। ਬਾਕੀ ਮੱਛੀ, ਮੱਝ ਤੇ ਆਪਣੀ ਸ਼ਹਿਦ ਮੱਖੀ ਹੈਗੀਆਂ ਨੇ। ਮੱਝ ਤੋਂ ਆਪਾਂ ਨੂੰ ਦੁੱਧ ਮਿਲਦਾ, ਮੱਛੀ ਨੂੰ ਆਪਾਂ ਖਾ ਹੀ ਲੈਂਦੇ ਹਾਂ ਤੇ ਸ਼ਹਿਦ ਮੱਖੀਆਂ ਤੋਂ ਆਪਾਂ ਨੂੰ ਜਿਹੜਾ ਹੈਗਾ ਸ਼ਹਿਦ ਮਿਲਦਾ ਵਾ। ਅੱਗੇ ਦੋਸਤੋ ਡਿਵੈਲਪਮੈਂਟ ਮੀਨਸ ਯਾਨੀ ਕਿ ਦੋਸਤੋ ਵਿਕਾਸ ਦਾ ਮਤਲਬ ਕੀ ਹੈ। ਤਾਂ ਦੋਸਤੋ ਵਿਕਾਸ ਦਾ ਮਤਲਬ ਹੈ ਅੱਗੇ ਵਧਣਾ ਠੀਕ ਹੈ। ਅੱਗੇ ਹੈ ਦੋਸਤੋ ਆਪਣਾ ਤੀਸਰਾ ਪ੍ਰਸ਼ਨ ਕਿ ਗੈਰ ਨਵਿਆਉਣਯੋਗ ਸਰੋਤ ਕੀ ਹਨ ਠੀਕ ਹੈ ਜੀ। ਤਾਂ ਜਿਹੜੇ ਹੈਗੇ ਦੋਸਤੋ ਆਪਣਾ ਕੋਲਾ ਠੀਕ ਹੈ ਜੀ। ਕੋਲਾ ਇਜ਼ ਦਾ ਰਾਈਟ ਆਂਸਰ ਹੋ ਜਾਏਗਾ। ਅੱਗੇ ਦੋਸਤੋ ਦ ਡਿਫਰੈਂਟ ਟਾਈਪਸ ਆਫ ਇਰੀਗੇਸ਼ਨ ਆਰ ਠੀਕ ਹੈ ਜੀ। ਤਾਂ ਦੋਸਤੋ ਯਾਨੀ ਕਿ ਸਿੰਚਾਈ ਦੀਆਂ ਵੱਖ-ਵੱਖ ਕਿਸਮਾਂ ਕੀ ਹਨ। ਤਾਂ ਦੋਸਤੋ ਦੇਖੋ ਨਹਿਰੀ ਸਿੰਚਾਈ, ਹੜ ਸਿੰਚਾਈ ਤੇ ਸਪ੍ਰਿੰਕਲਰ ਸਿੰਚਾਈ। ਤਾਂ ਦੋਸਤੋ ਉਪਰੋਕਤ ਸਾਰੇ ਹੀ ਮਤਲਬ ਇਸ ਦੇ ਰਾਈਟ ਆਂਸਰ ਹੈਗੇ ਨੇ। ਅੱਗੇ ਹੈ ਦੋਸਤੋ ਆਪਣਾ DDT ਕੀ ਹੈ। ਤਾਂ ਦੋਸਤੋ DDT ਇੱਕ ਜਿਹੜਾ ਹੈਗਾ ਵਾ ਬਾਇਓ ਕੀਟਨਾਸ਼ਕ ਹੈ ਠੀਕ ਹੈ ਜੀ। ਤੇ ਅੱਗੇ ਹੈ ਦੋਸਤੋ ਆਪਣਾ ਪ੍ਰਸ਼ਨ ਆਬਜੈਕਟਿਵ ਟਾਈਪ ਆ। ਤਾਂ ਦੇਖੋ ਦੋਸਤੋ ਯਾਨੀ ਕਿ ਬਈ ਆਹ ਇੰਗਲਿਸ਼ ਦੇ ਵਿੱਚ ਦਿੱਤਾ ਹੋਇਆ। 6ਵਾਂ ਪ੍ਰਸ਼ਨ ਆਹ ਪੰਜਾਬੀ ਦੇ ਵਿੱਚ ਆ ਕਿ ਕਿਸੇ ਵੀ 2 ਜਿਹੜੇ ਹੈਗੇ ਆ ਸ਼ਾਕਾਹਾਰੀ ਜਾਨਵਰਾਂ ਦੇ ਨਾਮ ਲਿਖੋ। ਤਾਂ ਦੋਸਤੋ ਘੋੜਾ ਤੇ ਗਊ ਠੀਕ ਹੈ ਜੀ, ਜਿਸ ਨੂੰ ਇੰਗਲਿਸ਼ ਦੇ ਵਿੱਚ ਅਸੀਂ ਕਹਾਂਗੇ ਹੋਰਸ ਤੇ ਕਾਓ ਠੀਕ ਹੈ। ਤੇ ਅੱਗੇ ਹੈ ਦੋਸਤੋ ਆਪਣਾ ਅਗਲਾ ਪ੍ਰਸ਼ਨ ਕੀ ਹੈ ਦੇਖ ਲੈਂਦੇ ਆ। ਤਾਂ 7ਵਾਂ ਪ੍ਰਸ਼ਨ ਹੈ ਦੋਸਤੋ ਆਪਣਾ ਕਿ ਵਾਤਾਵਰਣ ਸੰਬੰਧੀ ਜਾਗਰੂਕਤਾ ਪੈਦਾ ਕਰਨ ਲਈ ਸਕੂਲਾਂ ਵਿੱਚ ਕਿਹੜੇ ਕਲੱਬ ਬਣਾਏ ਗਏ ਹਨ। ਤਾਂ ਦੋਸਤੋ ਇਸ ਦਾ ਆਨਸਰ ਤੁਸੀਂ ਦੇਖ ਸਕਦੇ ਹੋ ਕਿ ਵਾਤਾਵਰਣ ਜਾਗਰੂਕਤਾ ਪੈਦਾ ਕਰਨ ਲਈ ਸਕੂਲਾਂ ਵਿੱਚ ਈਕੋ ਕਲੱਬ ਜਿਹੜੇ ਹੈਗੇ ਬਣਾਏ ਜਾਂਦੇ ਹਨ। ਅੱਗੇ ਦੋਸਤੋ ਫੁੱਲ ਫਾਰਮ ਆਫ GDP ਠੀਕ ਹੈ ਜੀ। ਤਾਂ ਗ੍ਰੋਸ ਡੋਮੈਸਟਿਕ ਪ੍ਰੋਡਕਟ ਠੀਕ ਹੈ ਜੀ। ਯਾਨੀ ਕਿ ਇਸ ਨੂੰ ਪੰਜਾਬੀ ਦੇ ਵਿੱਚ ਕਿਸ ਤਰ੍ਹਾਂ ਲਿਖਾਂਗੇ, ਕੁੱਲ ਘਰੇਲੂ ਉਤਪਾਦ, ਜਾਂ ਫਿਰ ਤੁਸੀਂ ਸਿੱਧਾ ਹੀ ਗ੍ਰੋਸ ਡੋਮੈਸਟਿਕ ਪ੍ਰੋਡਕਟ ਵੀ ਲਿਖ ਸਕਦੇ ਹੋ। ਅੱਗੇ ਦੋਸਤੋ ਕਿ ਕਿਹੜੀ ਫਸਲ ਨੂੰ ਲਗਾਤਾਰ ਪਾਣੀ ਦੀ ਲੋੜ ਹੁੰਦੀ ਹੈ। ਤਾਂ ਦੋਸਤੋ ਚੌਲ ਠੀਕ ਹੈ ਜੀ, ਜਿਵੇਂ ਕਿ ਝੋਨੇ ਨੂੰ ਅਸੀਂ ਲਗਾਤਾਰ ਪਾਣੀ ਦੇਣਾ ਹੁੰਦਾ ਵਾ। ਅੱਗੇ ਦੋਸਤੋ ਫੁੱਲ ਫਾਰਮ ਆਫ CNG ਤਾਂ ਦੋਸਤੋ ਕੰਪਰੈਸਡ ਨੈਚੁਰਲ ਗੈਸ, ਪੰਜਾਬੀ ਦੇ ਵਿੱਚ ਦੋਸਤੋ ਇਸ ਨੂੰ ਕਹਾਂਗੇ ਸੰਕੁਚਿਤ ਕੁਦਰਤੀ ਗੈਸ। ਅੱਗੇ ਹੈ ਦੋਸਤੋ ਫਿਲਿੰਗ ਦਾ ਬਲੈਂਕਸ ਨੇ। ਤਾਂ ਦੇਖੋ ਦੋਸਤੋ 11ਵੀਂ ਫਿਲਿੰਗ ਦਾ ਬਲੈਂਕਸ ਇੰਗਲਿਸ਼ ਦੇ ਵਿੱਚ ਦਿੱਤੀ ਹੋਈ ਆ, ਪੰਜਾਬੀ ਦੇ ਵਿੱਚ ਵੀ ਦਿੱਤੀ ਹੋਈ ਆ। ਤਾਂ ਦੇਖੋ ਧਰਤੀ ਦੀ ਸਤ੍ਹਾ ਦਾ ਲਗਭਗ ਡੈਸ਼ ਪ੍ਰਤੀਸ਼ਤ ਪਾਣੀ ਨਾਲ ਘਿਰਿਆ ਹੋਇਆ। ਤਾਂ ਦੋਸਤੋ 71% ਇਸ ਦਾ ਜਿਹੜਾ ਹੈਗਾ ਵਾ ਰਾਈਟ ਆਂਸਰ ਆ ਜਾਏਗਾ। ਅੱਗੇ ਦੋਸਤੋ ਭੋਪਾਲ ਟ੍ਰੈਜੇਡੀ ਦਾ ਸਾਲ ਵਿੱਚ ਵਾਪਰੀ। ਤਾਂ ਦੋਸਤੋ ਇਸ ਦਾ ਰਾਈਟ ਆਂਸਰ ਆ ਜਾਏਗਾ 1984। ਤਾਂ 1984 ਇੱਥੇ ਜਿਹੜਾ ਹੈਗਾ ਰਾਈਟ ਆਂਸਰ ਹੋ ਜਾਵੇਗਾ ਆਹ ਵਾਲਾ ਠੀਕ ਹੈ ਜੀ। ਅੱਗੇ ਹੈ ਦੋਸਤੋ ਫੁੱਲ ਫਾਰਮ ਆਫ WWF ਇਜ਼। ਤਾਂ ਦੋਸਤੋ ਇਸ ਦਾ ਆ ਜਾਏਗਾ ਵਰਲਡ ਵਾਈਲਡ ਲਾਈਫ ਫੰਡ ਤੇ ਵਿਸ਼ਵ ਜੰਗਲੀ ਜੀਵ ਫੰਡ, ਇਸ ਤਰ੍ਹਾਂ ਪੰਜਾਬੀ ਦੇ ਵਿੱਚ। ਅੱਗੇ ਹੈ ਦੋਸਤੋ ਆਪਣਾ ਕਿ ਗੋਬਰ ਖਾਦ ਇੱਕ ਕਿਸਮ ਦੀ ਜਿਹੜੀ ਹੈਗੀ ਆ ਜੈਵਿਕ ਖਾਦ ਹੈ ਠੀਕ ਹੈ ਜੀ। ਜੈਵਿਕ ਖਾਦ ਹੈਗੀ ਹੈ, ਇੰਗਲਿਸ਼ ਦੇ ਵਿੱਚ ਇਸ ਨੂੰ ਕਹਾਂਗੇ ਆਪਾਂ ਆਰਗੈਨਿਕ ਫਰਟੀਲਾਈਜ਼ਰ ਠੀਕ ਹੈ ਜੀ। ਤੇ ਇਸ ਤੋਂ ਬਾਅਦ ਦੋਸਤੋ ਆਪਣਾ ਹੈਗਾ ਵਾ ਕਿ ਇੱਕ ਵਿਅਕਤੀ ਨੂੰ ਰੋਜ਼ਾਨਾ ਦੋਸਤੋ ਜਿਹੜਾ ਹੈਗਾ ਵਾ 2500 ਕੈਲੋਰੀਜ਼ ਦੀ ਲੋੜ ਜਿਹੜੀ ਹੁੰਦੀ ਹੈ ਠੀਕ ਹੈ ਜੀ। 2500 ਕੈਲੋਰੀਜ਼ ਦੀਆਂ ਜਿਹੜੀਆਂ ਹੈਗੀਆਂ ਨੇ ਲੋੜ ਹੁੰਦੀ ਹੈ। ਅੱਗੇ ਹੈ ਦੋਸਤੋ ਟਰੂ ਫਾਲਸ। ਤਾਂ ਦੇਖੋ ਦੋਸਤੋ ਕਿ ਫਲ ਅਤੇ ਜਾਨਵਰਾਂ ਵਿਟਾਮਿਨ ਅਤੇ ਖਣਿਜਾਂ ਦੇ ਸਰੋਤ ਹਨ। ਤਾਂ ਦੋਸਤੋ ਟਰੂ ਠੀਕ ਹੈ ਜੀ। ਅੱਗੇ ਦੋਸਤੋ ਆਵਾਜ਼ ਦਾ ਪੱਧਰ ਜਿਹੜਾ ਹੈਗਾ DB ਵਿੱਚ ਮਾਪਿਆ ਜਾਂਦਾ ਹੈ। ਤਾਂ ਦੋਸਤੋ ਇਹ ਵੀ ਟਰੂ ਹੈ। ਕਾਰਬਨ ਡਾਈਆਕਸਾਈਡ ਇੱਕ ਦੋਸਤੋ ਗ੍ਰੀਨ ਹਾਊਸ ਗੈਸ ਹੈ। ਤਾਂ ਦੋਸਤੋ ਇਸ ਦਾ ਆਨਸਰ ਜਿਵੇਂ ਕਿ ਕੁਝ ਟਰੂ ਹੀ ਮੰਨ ਕੇ ਚੱਲਦੇ ਹਾਂ। ਬਾਕੀ ਅਗਰ ਤੁਹਾਨੂੰ ਇਸ ਦਾ ਕਰੈਕਟ ਆਨਸਰ ਪਤਾ ਹੈ ਤਾਂ ਕਰੈਕਟ ਦੱਸ ਦਿਓ। ਬਾਕੀ ਮੇਰੇ ਅਕੋਰਡਿੰਗ ਤਾਂ ਦੋਸਤੋ ਇਸ ਦਾ ਟਰੂ ਹੀ ਹੈ। ਅੱਗੇ ਦੋਸਤੋ ਕੌਫੀ ਪਾਊਡਰ ਕੌਫੀ ਦੇ ਬੀਜਾਂ ਨੂੰ ਸੁਕਾਉਣ ਅਤੇ ਜਿਹੜਾ ਹੈਗਾ ਆਪਣਾ ਦੋਸਤੋ ਫਰਮੈਂਟੇਸ਼ਨ ਤੋਂ ਪ੍ਰਾਪਤ ਕੀਤਾ ਜਾਂਦਾ ਹੈ। ਤਾਂ ਇਹ ਵੀ ਟਰੂ ਹੈ ਠੀਕ ਹੈ ਜੀ। ਤੇ ਅੱਗੇ ਦੋਸਤੋ ਆਪਣਾ CNG ਡੀਜ਼ਲ ਦੇ ਮੁਕਾਬਲੇ ਘੱਟ ਪ੍ਰਦੂਸ਼ਣ ਪੈਦਾ ਕਰਦੀ ਹੈ ਠੀਕ ਹੈ ਜੀ। ਤਾਂ ਦੋਸਤੋ ਇਹ ਵੀ ਟਰੂ ਹੈ ਠੀਕ ਹੈ ਜੀ, ਕਿਉਂਕਿ ਦੋਸਤੋ ਇਹਦੇ ਨਾਲ ਘੱਟ ਪ੍ਰਦੂਸ਼ਣ ਹੁੰਦਾ ਵਾ ਤੇ ਜਿਹੜੇ ਡੀਜ਼ਲ ਤੇ ਪੈਟਰੋਲ ਵਾਲੇ ਨੇ ਉਹਨਾਂ ਦੇ ਨਾਲ ਜ਼ਿਆਦਾ ਹੁੰਦਾ ਵਾ ਠੀਕ ਹੈ ਜੀ ਪ੍ਰਦੂਸ਼ਣ। ਅੱਗੇ ਦੋਸਤੋ ਸ਼ਾਰਟ ਆਨਸਰ ਟਾਈਪ ਆਪਣੇ ਕੁਐਸਚਨ ਨੇ ਠੀਕ ਹੈ ਜੀ। ਤਾਂ ਸਭ ਤੋਂ ਪਹਿਲਾਂ ਆਪਣਾ ਹੈਗਾ ਕਿ ਸਰੋਤ ਸੀਮਾ ਕੀ ਹੈ ਠੀਕ ਹੈ ਜੀ, ਇੰਗਲਿਸ਼ ਦੇ ਵਿੱਚ ਕਿ ਵਟ ਇਜ਼ ਰਿਸੋਰਸ ਲਿਮਿਟੇਸ਼ਨ। ਤਾਂ ਇਸ ਦਾ ਆਨਸਰ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਾਰੇ ਹੀ ਲੱਭੇ ਹੋਏ ਹਨ। ਤਾਂ ਦੇਖੋ ਦੋਸਤੋ ਉਹ ਵਸਤੂ ਜਿਹੜੀ ਸਰੋਤਾਂ ਦੀ ਸੀਮਾ ਬੁੱਤਾ ਜਾਂ ਫਿਰ ਸਰੋਤ ਸੀਮਾ ਦੋਸਤੋ ਗੱਲ ਇੱਕ ਹੀ ਹੈ ਠੀਕ ਹੈ ਜੀ। ਤਾਂ ਉਹ ਵਸਤੂ ਜਿਹੜੀ ਅਸੀਂ ਸਜੀਵ ਜਾਂ ਫਿਰ ਨਿਰਜੀਵ ਵਾਤਾਵਰਣ ਤੋਂ ਆਪਣੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਲਈ ਪ੍ਰਯੋਗ ਕਰਦੇ ਹਨ ਠੀਕ ਹੈ ਜੀ। ਉਹ ਸਾਡੇ ਸਾਧਨ
ਉਹ ਸਾਡੇ ਸਾਧਨ ਹਨ। ਸਾਧਨ ਦੀ ਦੋਸਤੋ ਸੀਮਾਬੱਧਤਾ ਤੋਂ ਭਾਵ ਹੈ ਕਿ ਇਹਨਾਂ ਕੁਦਰਤੀ ਸਾਧਨਾਂ ਦੀ ਵੀ ਜਿਹੜਾ ਹੈਗਾ ਵਾ ਕੋਈ ਹੱਦ ਹੈ, ਠੀਕ ਹੈ। ਅਤੇ ਸਾਨੂੰ ਇਹਨਾਂ ਸਾਧਨਾਂ ਦੀ ਵਰਤੋਂ ਬੜੀ ਹੀ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ। ਜਿਨ੍ਹਾਂ ਸਾਧਨਾਂ ਦੀ ਮਾਤਰਾ ਨੂੰ ਮਾਪਿਆ ਜਾ ਸਕੇ ਤਾਂ ਦੋਸਤੋ ਉਹਨਾਂ ਦਾ ਜਿਹੜਾ ਹੈਗਾ ਪਦਾਰਥਿਕ ਸਾਧਨ ਕਹਿੰਦੇ ਹਨ। ਤਾਜ਼ੀ ਹਵਾ, ਤਾਜ਼ੀ ਆਪਣੀ ਹੈਗੀ ਆ ਸਤਹੀ ਪਾਣੀ ਅਤੇ ਉਪਜਾਊ ਭੂਮੀ ਸਿੱਧੇ ਤੌਰ 'ਤੇ ਦੋਸਤੋ ਵਰਤੇ ਜਾਣ ਵਾਲੇ ਕੁਝ ਇੱਕ ਸਾਧਨ ਹਨ। ਪੌਦੇ ਅਤੇ ਪਾਣੀ ਜਿਹੜੇ ਹੈਗੇ ਪ੍ਰਾਣੀ ਜੀਵਨ ਨੇ ਦੋਸਤੋ ਜੈਵਿਕ ਵਿਭਿੰਨਤਾ ਪੈਦਾ ਕੀਤੀ ਹੈ। ਜੰਗਲਾਂ ਦੀ ਵੱਧਦੀ ਹੋਈ ਕਟਾਈ ਅਤੇ ਜਿਹੜਾ ਹੈਗਾ ਕਈ ਜੰਗਲੀ ਫਸਲਾਂ ਲਈ ਦੋਸਤੋ ਜਿਹੜਾ ਹੈਗਾ ਵੱਡਾ ਖਤਰਾ ਹੈ। ਅੱਗੇ ਦੋਸਤੋ ਪੌਦਿਆਂ ਅਤੇ ਪਾਣੀਆਂ ਦੀਆਂ ਜਾਤੀਆਂ ਦਾ ਅਲੋਪ ਹੋਣ ਦੇ ਕਾਰਨ ਨਿਵਾਸ ਸਥਾਨ ਦੀ ਜਿਹੜੀ ਹੈਗੀ ਆ ਆਪਣੀ ਬਰਬਾਦੀ, ਮੌਜੂਦਾ ਪ੍ਰਣਾਲੀ ਵਿੱਚ ਜਿਹੜਾ ਹੈਗਾ ਵਿਦੇਸ਼ੀ ਜਾਤੀਆਂ ਦਾ ਦਾਖਲਾ, ਸ਼ਿਕਾਰ ਕਰਨ ਵਾਲੇ ਜੰਤੂਆਂ 'ਤੇ ਮਨੁੱਖੀ ਨਿਯੰਤਰਣ ਅਤੇ ਪ੍ਰਦੂਸ਼ਣ ਇਸ ਦਾ ਜਿਹੜਾ ਹੈਗਾ ਵਾ। ਤਾਂ ਦੋਸਤੋ ਇਹ ਵਾਲਾ ਆਨਸਰ ਹੋ ਗਿਆ। ਅੱਗੇ ਦੋਸਤੋ ਆਪਣਾ ਵਾਤਾਵਰਣ ਪ੍ਰਬੰਧਨ ਕਿਉਂ ਜ਼ਰੂਰੀ ਹੈ, ਠੀਕ ਹੈ ਜੀ, ਯਾਨੀ ਕਿ ਵਾਈ ਇਨਵਾਇਰਮੈਂਟਲ ਮੈਨੇਜਮੈਂਟ ਇਜ਼ ਨੈਸੈਸਰੀ, ਠੀਕ ਹੈ ਜੀ। ਤਾਂ ਇਸ ਦਾ ਆਨਸਰ ਵੀ ਦੇਖ ਲੈਂਦੇ ਆ। ਤੇ ਦੋਸਤੋ ਆਹ ਵਾਲਾ ਜਿਹੜਾ ਤੁਸੀਂ ਪ੍ਰਸ਼ਨ ਕੀਤਾ ਨਾ, ਆਹ ਵਾਲਾ ਕਿ ਬਈ ਆਪਣਾ ਕੀ ਸਰੋਤਾਂ ਦੀ ਸੀਮਾਬੱਧਤਾ, ਠੀਕ ਹੈ ਜੀ। ਤਾਂ ਇਹਦੇ ਨਾਲ ਥੋੜ੍ਹਾ ਜਿਹਾ ਹੋਰ ਵੀ ਕਰ ਲਿਓ। ਮਨੁੱਖੀ ਨਿਯੰਤਰਣ ਇੱਥੇ ਥੱਲੇ ਆ ਕੇ ਥੋੜ੍ਹੀ ਜਿਹੀ ਇੱਕ ਹੋਰ ਲਾਈਨਾਂ ਦਿੱਤੀਆਂ ਹੋਈਆਂ ਸੀਗੀਆਂ ਕਿ ਪੈਦਾ ਕੀਤੀ ਹੈ। ਜੰਗਲਾਂ ਦੀ ਵੱਧਦੀ ਹੋਈ ਕਟਾਈ ਅਤੇ ਜੰਗਲੀ ਫਸਲਾਂ ਲਈ ਦੋਸਤੋ ਜਿਹੜਾ ਹੈਗਾ ਵੱਡਾ ਖਤਰਾ ਹੈ। ਪੌਦਿਆਂ ਅਤੇ ਪ੍ਰਾਣੀਆਂ ਦੀਆਂ ਜਾਤੀਆਂ ਦਾ ਅਲੋਪ ਹੋਣ ਦਾ ਕਾਰਨ ਦੋਸਤੋ ਨਿਵਾਸ ਸਥਾਨ ਦੀ ਜਿਹੜੀ ਹੈਗੀ ਬਰਬਾਦੀ, ਮੌਜੂਦਾ ਪ੍ਰਣਾਲੀ ਵਿੱਚ ਵਿਦੇਸ਼ੀ ਜਾਤੀਆਂ ਦਾ ਦਾਖਲਾ, ਸ਼ਿਕਾਰ ਕਰਨ ਵਾਲੇ ਜੰਤੂਆਂ 'ਤੇ ਮਨੁੱਖੀ ਨਿਯੰਤਰੀਕਰਨ ਅਤੇ ਪ੍ਰਦੂਸ਼ਣ, ਠੀਕ ਹੈ ਜੀ। ਤਾਂ ਇਸ ਤਰ੍ਹਾਂ ਇੱਥੇ ਇਹਨਾਂ ਨੇ ਆਹ ਦਿੱਤਾ ਹੋਇਆ ਵਾ, ਠੀਕ ਹੈ ਜੀ। ਤੁਸੀਂ ਆ ਵੀ ਕਰ ਲੈਣਾ ਵਾ। ਜਿਵੇਂ ਕਿਹਾ ਦੋਸਤੋ ਬਾਕੀ ਤਾਂ ਸੇਮ ਹੀ ਲੱਗ ਰਿਹਾ ਵਾ, ਜਿਵੇਂ ਕਿ ਮੌਜੂਦਾ ਪ੍ਰਣਾਲੀ, ਹਾਂਜੀ ਬਸ ਥੋੜ੍ਹਾ ਬਹੁਤ ਹੀ ਫਰਕ ਹੈ। ਤਾਂ ਇਸ ਨੂੰ ਵੀ ਤੁਸੀਂ ਕਰ ਲੈਣਾ ਵਾ ਚੰਗੀ ਤਰ੍ਹਾਂ। ਬਾਕੀ ਤਾਂ ਮੈਨੂੰ ਇੱਥੇ ਜਿਹੜਾ ਹੈਗਾ ਸੇਮ ਹੀ ਲੱਗ ਰਹੀਆਂ ਨੇ ਤਿੰਨ ਲਾਈਨਾਂ, ਠੀਕ ਹੈ ਜੀ। ਕੀ ਦੇਖ ਸਕਦੇ ਹੋ ਕਿ ਪੈਦਾ ਕੀਤੀ ਹੈ ਜੰਗਲੀ ਦੀ ਵੱਧਦੀ ਹੋਈ ਕਟਾਈ, ਠੀਕ ਹੈ ਜੀ। ਹਾਂਜੀ ਤਾਂ ਦੋਸਤੋ ਇਹ ਬਿਲਕੁਲ ਸੇਮ ਹੀ ਲਾਈਨਾਂ ਨੇ ਦੋਸਤੋ, ਕਰੋ ਚਾਹੇ ਨਾ ਕਰੋ ਤੁਸੀਂ ਇਸ ਨੂੰ ਰਹਿਣ ਵੀ ਦੇ ਸਕਦੇ ਹੋ, ਠੀਕ ਹੈ। ਬਾਕੀ ਇੱਕ ਵਾਰੀ ਚੰਗੀ ਤਰ੍ਹਾਂ ਇਸ ਨੂੰ ਦੇਖ ਲਓ, ਪਤਾ ਨਹੀਂ PDF ਦੇ ਵਿੱਚ ਹੀ ਕੁਛ ਗੜਬੜ ਆ, ਠੀਕ ਹੈ ਜੀ। ਆਹ ਮਤਲਬ ਦੁਬਾਰਾ ਹੀ ਉਹਨਾਂ ਨੇ ਆਹ ਤਿੰਨ ਲਾਈਨਾਂ ਹੋਰ ਲਿਖ ਦਿੱਤੀਆਂ ਹਨ, ਠੀਕ ਹੈ ਜੀ। ਚਲੋ ਕੋਈ ਨਹੀਂ, ਆਪਾਂ ਹੁਣ ਅੱਗੇ ਦੇਖਦੇ ਹਾਂ ਵਾਤਾਵਰਣ ਪ੍ਰਬੰਧਨ ਕਿਉਂ ਜ਼ਰੂਰੀ ਹੈ, ਠੀਕ ਹੈ ਜੀ। ਆਪਣਾ ਕੁਐਸਚਨ ਸੀਗਾ ਅਗਲਾ ਇਹ ਕਿ ਵਾਤਾਵਰਣ ਪ੍ਰਬੰਧਨ ਕਿਉਂ ਜ਼ਰੂਰੀ ਹੈ। ਤਾਂ ਆ ਰਿਹਾ ਦੋਸਤੋ। ਤਾਂ ਦੇਖੋ ਦੋਸਤੋ ਵਾਤਾਵਰਣ ਪ੍ਰਬੰਧਨ ਨਾਲ ਸੰਬੰਧਿਤ ਜ਼ਰੂਰਤਾਂ ਦੇ ਕਾਰਨ ਤਾਂ ਦੇਖੋ ਉਦਯੋਗੀ ਕ੍ਰਾਂਤੀ ਨੇ ਦੋਸਤੋ ਵੱਡੇ ਪਰਿਵਰਤਨ ਲਿਆਉਂਦੇ ਹਨ, ਠੀਕ ਹੈ ਜੀ। ਪਹਿਲਾਂ ਲਘੂ ਉਦਯੋਗ ਸਨ, ਪਰ ਮਸ਼ੀਨਾਂ ਨਾਲ ਜਿਹੜਾ ਹੈਗਾ ਵੱਡੇ ਪੱਧਰ 'ਤੇ ਦੋਸਤੋ ਸਮਾਨ ਬਣਨ ਲੱਗ ਪਿਆ। ਇਸ ਨਾਲ ਦੋਸਤੋ ਉਦਯੋਗਿਕ ਸਮਾਜ ਵਿੱਚ ਵਿਕਾਸ ਹੋਇਆ, ਜਿਸ ਵਿੱਚ ਵਿਭਿੰਨ ਤਰ੍ਹਾਂ ਦੀਆਂ ਦੋਸਤੋ ਵਸਤੂਆਂ ਨੂੰ ਬਣਾਉਣ ਲਈ ਵੱਧ ਤੋਂ ਵੱਧ ਊਰਜਾ ਸਾਧਨਾਂ ਦੀ ਵਰਤੋਂ ਜਿਹੜੀ ਹੈਗੀ ਘੱਟ ਤੋਂ ਘੱਟ ਜਿਹੜੀ ਹੈਗੀ ਮਜ਼ਦੂਰੀ ਦੀ ਵਰਤੋਂ ਕੀਤੀ ਜਾਂਦੀ ਹੈ। ਦੂਸਰਾ ਪੁਆਇੰਟ ਕਿ ਫਾਰਮਾਂ ਅਤੇ ਮਸ਼ੀਨਾਂ ਦੇ ਪ੍ਰਯੋਗ ਨਾਲ ਬਹੁਤ ਸਾਰੇ ਜਿਹੜੇ ਹੈਗੇ ਪੇਂਡੂ ਲੋਕ ਸ਼ਹਿਰ ਜਾਣ ਲੱਗ ਪਏ। ਇਸ ਖੇਤੀਬਾੜੀ ਅਤੇ ਉਦਯੋਗਿਕ ਸਮਾਜ ਵੱਲ ਜਿਹੜੇ ਹੈਗੇ ਆ ਵੱਲ ਨੂੰ ਦੋਸਤੋ ਤਬਦੀਲੀ ਮਨੁੱਖ ਦੀ ਵਾਤਾਵਰਣ ਨਾਲ ਪ੍ਰਤੀ ਅੰਤਰ ਕਿਰਿਆ ਹੈ, ਠੀਕ ਹੈ ਜੀ। ਵਾਤਾਵਰਣੀ ਸੰਬੰਧੀ ਸਮੱਸਿਆਵਾਂ ਜਿਵੇਂ ਕਿ ਹਵਾ ਪ੍ਰਦੂਸ਼ਣ, ਪਾਣੀ ਪ੍ਰਦੂਸ਼ਣ ਅਤੇ ਖੋਰ ਜੰਗਲਾਂ ਅਤੇ ਜੰਗਲੀ ਜੀਵਾਂ ਵਿਨਾਸ਼ ਅਤੇ ਉਦਯੋਗਿਕ ਸੁਸਾਇਟੀਆਂ ਦਾ ਜਿਹੜਾ ਹੈਗਾ ਦੋਸਤੋ ਵਾਤਾਵਰਣ ਦੀ ਵੀ ਜਿਹੜੀ ਹੈਗੀ ਆ ਵੱਧਦੀ ਮੰਗ ਕਾਰਨ ਹੈ, ਠੀਕ ਹੈ ਜੀ। ਉਦਯੋਗਿਕ ਸਮਾਜ ਜਿਸ ਵਿੱਚ ਜਿਹੜਾ ਹੈਗਾ ਦੋਸਤੋ ਕੋਲੇ ਆਧੁਨਿਕ ਤਕਨੋਲੋਜੀ ਦੇ ਮੈਂਬਰ ਹੋਣ ਦੇ ਨਾਤੇ ਅਸੀਂ ਖਪਤ ਅਤੇ ਉਤਪਾਦਨ ਵਿੱਚ ਦੋਸਤੋ ਵਾਧਾ ਗੈਰ ਅਪਘਟਨਸ਼ੀਲ, ਠੀਕ ਹੈ ਜੀ। ਅਤੇ ਆਪਣਾ ਸੰਸਲਿਸ਼ਟ ਪਦਾਰਥਾਂ ਅਤੇ ਦੋਸਤੋ ਪ੍ਰਤੀਯੋਗ ਜਿਹੜੇ ਹੈਗੇ ਸਾਧਨਾਂ ਦਾ ਦੋਸਤੋ ਵੱਧ ਤੋਂ ਵੱਧ ਪ੍ਰਯੋਗ ਕਰ ਰਹੇ ਹਾਂ, ਠੀਕ ਹੈ ਜੀ। ਊਰਜਾ ਦੀ ਮੰਗ ਬਹੁਤ ਜਿਹੜੀ ਹੈਗੀ ਆ ਵੱਧ ਗਈ ਹੈ, ਜਿਸ ਨਾਲ ਪ੍ਰਦੂਸ਼ਣ ਸਾਧਨਾਂ ਦੀ ਵੀ ਕਮੀ, ਵਿਸ਼ਵ ਤਾਪਮਾਨ, ਸਿਹਤ ਸੰਬੰਧੀ ਦੋਸਤੋ ਬਿਮਾਰੀਆਂ ਅਤੇ ਨਿਊਕਲੀਅਰ ਸੰਕਟ, ਵੱਧ ਆਬਾਦੀ ਆਦਿ ਸਮੱਸਿਆਵਾਂ ਪੈਦਾ ਹੋ ਗਈਆਂ ਹਨ, ਠੀਕ ਹੈ। ਤਾਂ ਇਸ ਦਾ ਆਨਸਰ ਇਸ ਤਰ੍ਹਾਂ ਕੁਛ ਹੋ ਜਾਏਗਾ। ਅੱਗੇ ਦੋਸਤੋ ਸ਼ਹਿਰੀਕਰਨ ਕੀ ਹੈ, ਤਾਂ ਦੇਖ ਲੈਂਦੇ ਹਾਂ। ਇਸ ਦਾ ਆਨਸਰ ਆ ਰਿਹਾ ਦੋਸਤੋ। ਸ਼ਹਿਰੀਕਰਨ ਦੋਸਤੋ ਕੀ ਹੈ, ਤਾਂ ਦੇਖੋ ਦੋਸਤੋ ਗ੍ਰਾਮੀਣ ਇਲਾਕਿਆਂ ਤੋਂ ਸ਼ਹਿਰਾਂ ਵੱਲ ਜਿਹੜੇ ਹੈਗੇ ਪਲਾਇਨ ਕਰਕੇ ਆਉਣ ਵਾਲੇ ਲੋਕਾਂ ਦੇ ਕਾਰਨ ਸ਼ਹਿਰਾਂ ਦੇ ਪਸਾਰ ਨੂੰ ਸ਼ਹਿਰੀਕਰਨ ਆਖਦੇ ਹਨ। ਸ਼ਹਿਰੀਕਰਨ ਦੇ ਵਾਧੇ ਕਾਰਨ ਟ੍ਰੈਫਿਕ ਵਿੱਚ ਵੀ ਵਾਧਾ ਹੋਇਆ ਹੈ। ਸ਼ਹਿਰੀਕਰਨ ਤੇਜ਼ੀ ਨਾਲ ਹੁੰਦੇ ਆਰਥਿਕ ਵਿਕਾਸ ਅਤੇ ਉਦਯੋਗੀਕਰਨ ਨੂੰ ਤਾਂ ਦਰਸਾਉਂਦਾ ਹੀ ਹੈ, ਪਰ ਇਸ ਦੇ ਫਲਸਰੂਪ ਊਰਜਾ ਦੀ ਖਪਤ ਦੀ ਵੀ ਪੱਧਰ ਅਤੇ ਜਿਹੜਾ ਹੈਗਾ ਦੋਸਤੋ ਆਪਣਾ ਉਤਸਰਜਨ ਯਾਨੀ ਕਿ ਐਮਿਸ਼ਨ ਵਿੱਚ ਜਿਹੜਾ ਹੈਗਾ ਵਾ ਵਾਧਾ ਹੋ ਜਾਂਦਾ ਹੈ। ਹੋਰਨਾਂ ਦੇਸ਼ ਦੇ ਮੁਕਾਬਲੇ ਭਾਰਤ ਵਿੱਚ ਸ਼ਹਿਰੀਕਰਨ ਦੀ ਜਿਹੜੀ ਹੈਗੀ ਗਤੀ ਕਾਫੀ ਢਿੱਲੀ ਹੈ ਅਤੇ ਲੋਕਾਂ ਦੀ ਜ਼ਿਆਦਾਤਰ ਵਸਤੂ ਜਿਹੜੀ ਹੈਗੀ ਆ ਪਿੰਡਾਂ ਵਿੱਚ ਹੀ ਰਹਿਣਾ ਪਸੰਦ ਕਰਦੀ ਹੈ, ਠੀਕ ਹੈ ਜੀ। ਤਾਂ ਇਸ ਦਾ ਆਨਸਰ ਇਸ ਤਰ੍ਹਾਂ ਕੁਛ ਹੋ ਜਾਏਗਾ। ਹੁਣ ਅਗਲਾ ਪ੍ਰਸ਼ਨ ਕੀ ਆਪਣਾ ਕਿ ਵਟ ਇਜ਼ ਮਿਕਸਡ ਕ੍ਰੋਪਿੰਗ ਜਾਂ ਫਿਰ ਦੋਸਤੋ ਮਿਸ਼ਰਤ ਫਸਲੀ ਕੀ ਹੈ। ਤਾਂ ਦੋਸਤੋ ਦੇਖ ਲੈਂਦੇ ਹਾਂ ਮਿਸ਼ਰਤ ਫਸਲੀ ਕੀ ਹੈ। ਤਾਂ ਦੇਖੋ ਦੋਸਤੋ ਮਿਸ਼ਰਤ ਫਸਲੀ ਕਿਸ ਨੂੰ ਕਹਿੰਦੇ ਹਨ, ਤਾਂ ਇੱਕ ਖੇਤ ਵਿੱਚ ਦੋ ਜਾਂ ਫਿਰ ਦੋ ਤੋਂ ਵੱਧ ਫਸਲਾਂ ਉਗਾਉਣ ਦੀ ਵਿਧੀ ਨੂੰ ਦੋਸਤੋ ਮਿਸ਼ਰਤ ਫਸਲੀ ਜਿਹੜਾ ਹੈਗਾ ਵਾ
खेती कहते हैं। मिश्रित खेती या फिर मिश्रित फसल एक ही गल है दोस्तों, इत्थे देख सकते हो। सब तो पहला होर तुहानूं दस दईए कुछ कि मिश्रित फली दे अंदर दोस्तों जिहड़ा हैगा वा एक खेत दो ਜਾਂ ਫਿਰ ਦੋ ਤੋਂ ਵੱਧ ਫਸਲਾਂ ਉਗਾਉਣ ਦੀ ਜਿਹੜੀ ਹੈਗੀ ਵਿਧੀ ਨੂੰ ਮਿਸ਼ਰਿਤ ਖੇਤੀ ਕਹਿੰਦੇ ਹਨ, ਜਾਂ ਫਿਰ ਮਿਸ਼ਰਿਤ ਜਿਹੜੀ ਹੈਗੀ ਫਸਲੀ ਜਾਂ ਫਿਰ ਬਹੁਫਸਲੀ ਖੇਤੀ ਕਹਿੰਦੇ ਹਨ। ਇਸ ਦੁਆਰਾ ਜਿਹੜਾ ਭੂਮੀ ਦੀ ਉਪਜਾਊ ਸ਼ਕਤੀ ਨੂੰ ਵੀ ਦੋਸਤੋ ਕਾਇਮ ਰੱਖਿਆ ਜਾ ਸਕਦਾ ਹੈ, ਕਿਉਂਕਿ ਇੱਕ ਸਾਲ ਜਿਹੜਾ ਹੈਗਾ ਦੋਸਤੋ, ਕਿਉਂਕਿ ਇੱਕ ਫਸਲ ਦੇ ਉਤਪਾਦਾਂ ਤੇ ਰਹਿੰਦ ਖੂੰਹਦ ਨੂੰ ਦੂਸਰੀ ਫਸਲ ਦੇ ਪੌਦਿਆਂ ਦੇ ਵਾਧੇ ਲਈ ਵਰਤਿਆ ਜਾ ਸਕਦਾ ਹੈ। ਮਿਸ਼ਰਿਤ ਫਸਲੀ ਵਿੱਚ ਅਲੱਗ-ਅਲੱਗ ਫਸਲਾਂ ਵੱਖਰੇ ਵੱਖਰੇ ਖੇਤਾਂ ਵਿੱਚ ਨਹੀਂ ਬੀਜੀਆਂ ਜਾਂਦੀਆਂ, ਸਗੋਂ ਇੱਕ ਹੀ ਖੇਤ ਵਿੱਚ ਅਜਿਹੀਆਂ ਫਸਲੀਆਂ ਜਿਹੜੀਆਂ ਹੈਗੀਆਂ ਨੇ ਫਸਲਾਂ ਉਗਾਈਆਂ ਜਾਂਦੀਆਂ ਹਨ, ਜਿਵੇਂ ਕਪਾਹ ਅਤੇ ਮੂੰਗਫਲੀ, ਮੱਕੀ ਅਤੇ ਮਾਹ, ਸੋਇਆਬੀਨ ਅਤੇ ਮਟਰ, ਅਤੇ ਆਮ ਤੌਰ 'ਤੇ ਦੋਸਤੋ ਮਿਸ਼ਰਿਤ ਫਸਲਾਂ ਦੇ ਰੂਪ ਵਿੱਚ ਇਕੱਠੇ ਉਗਾਏ ਜਾਂਦੇ ਹਨ। ਠੀਕ ਹੈ ਜੀ, ਜਿਵੇਂ ਕਿ ਆਹ ਦੇਖ ਲਓ ਐਗਜ਼ਾਮਪਲਾਂ ਮਿਸ਼ਰਿਤ ਫਸਲਾਂ ਦੀਆਂ ਉਦਾਹਰਨਾਂ, ਜਿਵੇਂ ਕਿ ਚੌਲ ਪਲੱਸ ਜਵਾਰ ਮੱਕੀ। ਠੀਕ ਹੈ ਜੀ, ਜਵਾਰ ਮੱਕੀ ਮੂੰਗਫਲੀ ਕਪਾਹ ਸਰੋਂ। ਠੀਕ ਹੈ, ਕਪਾਹ ਪਲੱਸ ਰੋਗੀ ਜਵਾਰ ਰੋਂਗੀ ਹੋ ਗਿਆ ਦੋਸਤੋ, ਜਵਾਰ ਹੋ ਗਿਆ, ਲਾਲ ਛੋਲੇ ਧੁਨੀਆਂ। ਠੀਕ ਹੈ ਜੀ, ਧਨੀਆ ਸੌਰੀ, ਅਤੇ ਕਣਕ ਜੌਂ ਸਰੋਂ ਸ਼ਲਗਮ। ਠੀਕ ਹੈ, ਸੋਇਆਬੀਨ ਦੇ ਨਾਲ ਦੋਸਤੋ ਛੋਲੇ ਮੱਕੀ ਫਲੀਆਂ ਕਣਕ ਸਰੋਂ ਅਤੇ ਕਣਕ ਮਟਰ, ਇਸ ਤਰ੍ਹਾਂ ਦਾ ਕੁਛ ਹੈਗਾ ਵਾ। ਜਾਂ ਦੋਸਤੋ ਤੁਹਾਨੂੰ ਪੁੱਛ ਲੈਣ ਕਿ ਮਿਸ਼ਰਤ ਖੇਤੀ ਕੀ ਹੁੰਦੀ ਹੈ, ਤਾਂ ਦੋਸਤੋ ਤੁਸੀਂ ਇਹੀ ਲਿਖ ਦੇਣਾ ਵਾ ਮਿਸ਼ਰਤ ਖੇਤੀ, ਮਿਸ਼ਰਤ ਫਸਲੀ। ਠੀਕ ਹੈ ਜੀ, ਮਿਸ਼ਰਤ ਆਹ ਜਿਹੜਾ ਵੀ ਦਿੱਤਾ ਹੋਇਆ ਤੁਹਾਡਾ ਗੱਲ ਇੱਕ ਹੀ ਆ। ਠੀਕ ਹੈ ਜੀ, ਜਿਵੇਂ ਕਿ ਆਹ ਦੇਖ ਲਓ ਮਿਸ਼ਰਤ ਫਸਲੀ ਪੁੱਛਿਆ ਨਾ ਇੱਥੇ, ਤਾਂ ਦੋਸਤੋ ਮਿਸ਼ਰਤ ਫਸਲੀ ਕੀ ਹੁੰਦੀ ਆ, ਜਿਵੇਂ ਕਿ ਮਿਸ਼ਰਤ ਫਸਲੀ ਕੀ ਹੁੰਦੀ ਆ, ਅਤੇ ਮਿਸ਼ਰਤ ਇੱਥੇ ਹੁਣ ਅਗਲਾ ਕੀ ਸੀਗਾ ਇਹਦੇ ਨਾਲ ਹੀ ਆ ਕਿ ਮਿਸ਼ਰਤ ਖੇਤੀ ਕੀ ਹੁੰਦੀ ਹੈ। ਗੱਲ ਇੱਕ ਹੀ ਹੈ, ਦੋਨੋਂ 'ਚ ਵਿੱਚ ਕੋਈ ਵੀ ਆ ਜਾਵੇ ਤਾਂ ਤੁਸੀਂ ਆਨਸਰ ਇਹੀ ਲਿਖਣਾ ਵਾ ਕਿ ਇੱਕ ਹੀ ਖੇਤ ਵਿੱਚ ਇੱਕ ਹੀ ਸਮੇਂ ਜਿਹੜਾ ਹੈਗਾ ਦੋ ਜਾਂ ਫਿਰ ਦੋ ਤੋਂ ਵੱਧ ਫਸਲਾਂ ਦੀ ਕਾਸ਼ਤ ਕਰਨ ਨੂੰ ਮਿਸ਼ਰਤ ਖੇਤੀ ਆਖਦੇ ਹਨ। ਠੀਕ ਹੈ ਜੀ, ਤਾਂ ਮਿਸ਼ਰਤ ਖੇਤੀ ਨਾਲ ਕਿਸਾਨਾਂ ਦਾ ਸਮਾਂ ਅਤੇ ਮਿਹਨਤਾਨਾ ਬਚਦਾ ਹੈ। ਮਿਸ਼ਰਤ ਖੇਤੀ ਨਾਲ ਦੋਸਤੋ ਵੱਖ-ਵੱਖ ਪ੍ਰਕਾਰ ਦੇ ਖਾਦ ਪ੍ਰਾਪਤ ਹੁੰਦੇ ਹਨ। ਠੀਕ ਹੈ ਜੀ, ਅਤੇ ਹੁਣ ਦੋਸਤੋ ਆਪਣਾ ਅਗਲਾ ਪ੍ਰਸ਼ਨ ਕੀ ਹੈ ਦੇਖ ਲੈਂਦੇ ਹਾਂ। ਅਗਲਾ ਪ੍ਰਸ਼ਨ ਹੈ ਦੋਸਤੋ, ਠੋਸ ਵਿਅਰਥ ਦਾ ਕੀ ਅਰਥ ਹੈ। ਠੀਕ ਹੈ ਜੀ, ਸੋਲਿਡ ਵੇਸਟ ਦਾ ਮਤਲਬ ਇੰਗਲਿਸ਼ ਦੇ ਵਿੱਚ ਜੇ ਗੱਲ ਕਰੀਏ ਤਾਂ ਜਿਹੜੇ ਵਿਅਰਥ ਪਦਾਰਥ ਨਾ ਤਾਂ ਦੋਸਤੋ ਜਿਹੜੇ ਹੈਗੇ ਆ ਗੈਸੀ ਹੀ ਹੋਣ ਅਤੇ ਨਾ ਹੀ ਦੋਸਤੋ ਤਰਲ ਹੀ ਹੋਣ, ਅਜਿਹੇ ਪਦਾਰਥ ਜਾਂ ਫਿਰ ਵਿਅਰਥ ਪਦਾਰਥਾਂ ਨੂੰ ਦੋਸਤੋ ਠੋਸ ਵਿਅਰਥ ਆਖਦੇ ਹਨ, ਜਿਵੇਂ ਕਿ ਟੁੱਟਿਆ ਹੋਇਆ ਦੋਸਤੋ ਬੋਤਲ, ਪਲਾਸਟਿਕ ਦੀ ਟੁੱਟ ਪੁੱਜ ਆਦਿ ਨਾਲ। ਠੀਕ ਹੈ ਜੀ, ਤਾਂ ਇਹ ਇਸ ਦਾ ਆਨਸਰ ਇੱਥੇ ਤੱਕ ਹੀ ਇਹਨਾਂ ਨੇ ਦਿੱਤਾ ਹੋਇਆ ਸੀਗਾ। ਠੀਕ ਹੈ ਜੀ, ਅਤੇ ਹੁਣ ਅਗਲਾ ਪ੍ਰਸ਼ਨ ਦੇਖ ਲੈਂਦੇ ਹਾਂ। ਅਗਲਾ ਪ੍ਰਸ਼ਨ ਦੋਸਤੋ ਤੁਹਾਡਾ ਹੈਗਾ ਕੁਐਸਚਨ 7ਵਾਂ ਕਿ ਜੈਵ ਵਿਭਿੰਨਤਾ ਦੇ ਨੁਕਸਾਨ ਦੇ ਕੀ ਕਾਰਨ ਹਨ, ਸਮਝਾਓ। ਠੀਕ ਹੈ ਜੀ, ਤਾਂ ਇਸ ਦਾ ਆਨਸਰ ਵੀ ਦੇਖ ਲੈਂਦੇ ਹਾਂ। ਜੈਵ ਵਿਭਿੰਨਤਾ ਦਾ ਨੁਕਸਾਨ ਤਾਂ ਦੇਖੋ ਦੋਸਤੋ ਤਬਦੀਲੀ ਕੁਦਰਤ ਦਾ ਨਿਯਮ ਹੈ। ਠੀਕ ਹੈ ਜੀ, ਇਸ ਤਰ੍ਹਾਂ ਧਰਤੀ ਉੱਤੇ ਜਿਹੜਾ ਹੈਗਾ ਜੈਵਿਕ ਵਿਭਿੰਨਤਾ ਵੀ ਜਿਹੜੀ ਹੈਗੀ ਬਦਲਦੀ ਰਹੀ ਹੈ। ਜਾਤੀਆਂ ਦਾ ਲੁਪਤ ਹੋਣਾ ਇੱਕ ਬੜੀ ਹੀ ਧੀਮੀ ਗਤੀ ਨਾਲ ਦੋਸਤੋ ਹੋਣ ਵਾਲੀ ਕੁਦਰਤੀ ਪ੍ਰਕਿਰਿਆ, ਪਰ ਮਨੁੱਖ ਦੀਆਂ ਗਤੀਵਿਧੀਆਂ ਦੇ ਕਰਕੇ ਜੰਗਲੀ ਜੀਵਾਂ ਦੇ ਘਟਣ ਦਾ ਜਿਹੜੀ ਹੈਗੀ ਦਰ ਵਿੱਚ ਬੜੀ ਤੇਜ਼ੀ ਨਾਲ ਵਾਧਾ ਹੋਇਆ ਹੈ। ਮਨੁੱਖੀ ਗਤੀਵਿਧੀ ਕਾਰਨ ਜੰਗਲੀ ਜੀਵਨ ਵਿੱਚ ਬਹੁਤ ਹੀ ਜਿਹੜੀ ਹੈਗੀ ਹਾਨੀ ਪੁੱਜੀ ਹੈ। ਮਨੁੱਖੀ ਦੀ ਕਿਰਿਆਵਾਂ ਕਾਰਨ ਜਿਹੜੀ ਹੈਗੀ ਨਸ਼ਟ ਹੋਣ ਵਾਲੀ ਹੈ ਜੈਵਿਕ ਵਿਭਿੰਨਤਾ ਨੂੰ ਦੋਸਤੋ ਮਾਨਵ ਜਿਹੜਾ ਹੈਗਾ ਦੋਸਤੋ ਆਪਣਾ ਨਿਰਮਿਤ ਅਲੋਪ ਆਖਦੇ ਹਨ। ਠੀਕ ਹੈ ਜੀ, ਜੰਗਲੀ ਜੀਵਾਂ ਦੇ ਦੋਸਤੋ ਜਿਹੜੇ ਹੈਗੇ ਆ ਜੰਗਲੀ ਜੀਵਨ ਦੇ ਲੋਪ ਹੋਣ ਦੇ ਮਾਨਵ ਨਿਰਮਿਤ ਕਾਰਨ ਹੇਠ ਲਿਖਿਆਂ ਦਾ ਦੇਖੋ ਦੋਸਤੋ ਨਿਵਾਸ ਸਥਾਨ ਦਾ ਜਿਹੜਾ ਹੈਗਾ ਵਾ ਹਾਨੀ ਅਤੇ ਦੋਸਤੋ ਵਿਖੰਡਨ। ਠੀਕ ਹੈ ਜੀ, ਯਾਨੀ ਕਿ ਦੋਸਤੋ ਖੇਤੀਬਾੜੀ ਜਿਹੜਾ ਹੈਗਾ ਵਾ ਗਤੀਵਿਧੀਆਂ, ਉਪਨਗਰਾਂ ਦੀ ਸਥਾਪਨਾ ਅਤੇ ਉਦਯੋਗਾਂ ਦੀ ਸਥਾਪਨਾ ਆਦਿ ਜੈਵਿਕ ਵਿਭਿੰਨਤਾ ਦੇ ਨਸ਼ਟ ਹੋਣ ਦੇ ਮੁੱਖ ਕਾਰਨ ਹਨ। ਠੀਕ ਹੈ ਜੀ, ਨਿਵਾਸ ਸਥਾਨਾਂ ਦੀ ਬਰਬਾਦੀ ਦਾ ਮੁੱਖ ਕਾਰਨ ਜਨਸੰਖਿਆ ਵਿੱਚ ਜਿਹੜਾ ਹੈਗਾ ਹੋਣ ਵਾਲਾ ਵਾਧਾ ਜ਼ਿੰਮੇਵਾਰ ਹੈ। ਉਦਾਹਰਣ ਵਜੋਂ ਸੋਇਆਬੀਨ ਦੀ ਜਿਹੜੀ ਹੈਗੀ ਖੇਤੀ ਕਾਰਨ ਐਮਾਜ਼ੋਨ ਦੇ ਵਰਖਾ ਵਣਾਂ ਨੂੰ ਦੋਸਤੋ ਘਾਹ ਦੇ ਮੈਦਾਨਾਂ ਵਿੱਚ ਪਰਿਵਰਤਨ ਕਰਨ ਦੇ ਉਦੇਸ਼ ਨਾਲ ਇਹਨਾਂ ਜੰਗਲਾਂ ਨੂੰ ਦੋਸਤੋ ਨਸ਼ਟ ਕੀਤਾ ਜਾ ਰਿਹਾ ਹੈ। ਅੱਗੇ ਦੋਸਤੋ ਆਪਣਾ ਖੰਡਿਤ ਹੋਣਾ ਤਾਂ ਦੇਖੋ ਦੋਸਤੋ ਵੱਡੇ ਜਿਹੜੇ ਹੈਗੇ ਆਕਾਰ ਵਾਲੇ ਜਿਹੜੇ ਨਿਵਾਸ ਸਥਾਨ ਨੂੰ ਛੋਟੇ ਹਿੱਸਿਆਂ ਵਿੱਚ ਵੰਡਣ ਅਤੇ ਖੰਡਿਤ ਹੋਣਾ ਜਾਂ ਫਿਰ ਪਤਨ ਆਖਦੇ ਹਨ। ਇਸ ਖੰਡਿਤ ਹੋਣ ਦੇ ਮੁੱਖ ਕਾਰਨ ਨਹਿਰਾਂ ਦੀ ਪੁਟਾਈ, ਸੜਕਾਂ ਦੀ ਉਸਾਰੀ, ਉਦਯੋਗਾਂ ਦੀ ਸਥਾਪਨਾ, ਰੇਲਵੇ ਲਾਈਨ ਅਤੇ ਆਪਣਾ ਦੋਸਤੋ ਆਪਣਾ ਵਿਛਾਉਣੀਆਂ ਅਤੇ ਡੈਮਾਂ ਦਾ ਦੋਸਤੋ ਜਿਹੜਾ ਹੈਗਾ ਨਿਰਮਾਣ ਆਦਿ ਹਨ। ਨਿਵਾਸ ਸਥਾਨ ਨੂੰ ਜਿਹੜਾ ਹੈਗਾ ਛੋਟੇ ਖੰਡ ਵਿੱਚ ਵੰਡਣ ਅਤੇ ਸਿੱਟੇ ਵਜੋਂ ਦੋਸਤੋ ਵਿਸ਼ਾਲ ਖੇਤਰ ਵਿੱਚ ਜਿਹੜਾ ਹੈਗਾ ਰਹਿਣ ਵਾਲੇ ਜਾਨਵਰਾਂ ਉੱਪਰ ਮਾੜੇ ਅਸਰ ਪੈਂਦੇ ਹਨ। ਅੱਗੇ ਦੋਸਤੋ ਲੋੜ ਤੋਂ ਵੱਧ ਵਰਤੋਂ ਤਾਂ ਦੇਖੋ ਦੋਸਤੋ ਮਨੁੱਖਾਂ ਨੂੰ ਆਪਣੀਆਂ ਭੋਜਨ ਅਤੇ ਦੋਸਤੋ ਨਿਵਾਸ ਸੰਬੰਧੀ ਜਿਹੜਾ ਹੈਗਾ ਲੋੜ ਲਈ ਹਮੇਸ਼ਾ ਹੀ ਦੋਸਤੋ ਜਿਹੜਾ ਹੈਗਾ ਕੁਦਰਤ 'ਤੇ ਨਿਰਭਰ ਰਿਹਾ ਹੈ, ਪਰੰਤੂ ਦੋਸਤੋ ਬਹੁਤ ਜ਼ਿਆਦਾ ਵਧੀ ਹੋਈ ਜਨਸੰਖਿਆ ਦੇ ਕਾਰਨ ਮਨੁੱਖ ਦੀਆਂ ਜ਼ਰੂਰਤਾਂ ਵਿੱਚ ਤਬਦੀਲੀ ਆਈ ਹੈ। ਕੁਦਰਤੀ ਸਰੋਤਾਂ ਵਿੱਚ ਦੋਸਤੋ ਲੋੜ ਤੋਂ ਵੱਧ ਹੋਈ ਹੈ। ਉਦਾਹਰਣ ਵਜੋਂ ਦੋਸਤੋ ਲੋੜ ਤੋਂ ਵੱਧ ਸ਼ਿਕਾਰ ਕਰਨ। ਠੀਕ ਹੈ ਜੀ, ਅਤੇ ਅੱਗੇ ਦੋਸਤੋ ਆਪਣਾ ਡੋਡੋ, ਮਾਰਸ਼ੀਅਸ ਜੈਬਰਾ ਅਫਰੀਕਾ, ਅਤੇ ਅੱਗੇ ਦੋਸਤੋ ਤਾਸ਼ਮੇਨੀਆ ਦਾ ਭੇੜੀਆ ਠੀਕ ਹੈ ਜੀ ਆਸਟ੍ਰੇਲੀਆ ਅਲੋਪ
ਹੋ ਗਏ ਹਨ। ਠੀਕ ਹੈ ਜੀ। ਇਸੇ ਤਰ੍ਹਾਂ ਦੋਸਤੋ ਪੋਲੂਸ਼ਨ ਯਾਨੀ ਕਿ ਪ੍ਰਦੂਸ਼ਣ, ਤਾਂ ਦੇਖੋ ਦੋਸਤੋ ਵਾਤਾਵਰਣੀ ਪ੍ਰਦੂਸ਼ਣ ਦੇ ਸਿੱਟੇ ਵਜੋਂ ਬਹੁਤ ਸਾਰੇ ਜਿਹੜੇ ਹੈਗੇ ਆ ਜੀਵ ਜੰਤੂ ਅਲੋਪ ਹੋ ਰਹੇ ਹਨ। ਪ੍ਰਦੂਸ਼ਣ ਦੇ ਮੁੱਖ ਕਾਰਨ ਦੋਸਤੋ ਜਿਹੜਾ ਹੈਗਾ ਹਾਨੀਕਾਰਕ ਕੀਟਨਾਸ਼ਕਾਂ ਦੀ ਵਰਤੋਂ, ਉਦਯੋਗ ਤੋਂ ਨਿਕਾਸ ਹੋ ਰਹੇ ਦੋਸਤੋ ਵਿਅਰਥ ਪਦਾਰਥ, ਠੀਕ ਹੈ ਜੀ, ਵਿਕਰਨਾਂ ਦਾ ਦੋਸਤੋ ਕਾਫੀ ਮਾਤਰਾ ਵਿੱਚ ਜਿਹੜਾ ਹੈਗਾ ਨਿਕਾਸ ਹੋਣਾ ਅਤੇ ਸਮੁੰਦਰਾਂ ਦੇ ਪਾਣੀ ਵਿੱਚ ਜਿਹੜਾ ਹੈਗਾ ਤੇਲ ਦਾ ਰਿਸਣਾ ਆਦਿ। ਉਦਾਹਰਣ ਵਜੋਂ ਦੋਸਤੋ ਜਿਹੜਾ ਹੈਗਾ ਵਾ ਆਪਣੇ ਦੋਸਤੋ ਫੈਲਕੋਨ ਬਾਜ ਜਿਹੜੇ ਹੁੰਦੇ ਨੇ, ਠੀਕ ਹੈ ਜੀ, ਉਹਨੂੰ ਇੰਗਲਿਸ਼ ਦੇ ਵਿੱਚ ਫੈਲਕੋਨ ਵਰਗੇ ਜਿਹੜੇ ਪੰਛੀ ਦੋਸਤੋ ਜਿਹੜਾ ਹੈਗਾ ਆਪਣੇ ਪੈਸਟੀਸਾਈਡਸ ਤੋਂ ਦੋਸਤੋ ਪ੍ਰਭਾਵਿਤ ਮੱਛੀਆਂ ਦੇ ਖਾਣ ਦੇ ਸਿੱਟੇ ਵਜੋਂ ਦੋਸਤੋ ਇਹਨਾਂ ਪੰਛੀਆਂ ਦੀ ਸੰਖਿਆ ਵਿੱਚ ਵੀ ਕਮੀ ਆ ਗਈ ਹੈ। ਅੱਗੇ ਦੋਸਤੋ ਵਿਦੇਸ਼ੀ ਜਾਤੀਆਂ ਦਾ ਆਉਣਾ, ਠੀਕ ਹੈ ਜੀ, ਇੰਟਰੋਡਕਸ਼ਨ ਯਾਨੀ ਕਿ ਦੇਖੋ ਦੋਸਤੋ ਇਹਦੇ ਵਿੱਚ ਕੀ ਹੈ ਕਿ ਕਿਸੇ ਨਿਵਾਸ ਸਥਾਨ 'ਤੇ ਬਾਹਰੀ ਜਾਤੀਆਂ ਦੇ ਆਉਣ ਕਾਰਨ ਸਥਾਨਕ ਜਾਤੀਆਂ ਦੀ ਜਿਹੜੀ ਹੈਗੀ ਭੋਜਨ ਲੜੀ ਨੂੰ ਭਾਰੀ ਨੁਕਸਾਨ ਹੁੰਦਾ ਹੈ। ਠੀਕ ਹੈ ਜੀ। ਜਿਸ ਦੇ ਸਿੱਟੇ ਵਜੋਂ ਸਥਾਨਕ ਜਾਤੀਆਂ ਅਲੋਪ ਹੋ ਜਾਂਦੀਆਂ ਹਨ। ਉਦਾਹਰਣ ਵਜੋਂ ਜਿਹੜਾ ਹੈਗਾ ਪੂਰਬੀ ਅਫਰੀਕਾ ਵਿਕਟੋਰੀਆ ਝੀਲ ਵਿੱਚ ਜਿਹੜਾ ਹੈਗਾ ਇੱਕ ਨਾਇਕ ਨਹੀਂ ਦੋਸਤੋ ਨਾਇਲ ਪਰਚ, ਠੀਕ ਹੈ ਜੀ, ਨਾਂ ਦਾ ਜਿਹੜਾ ਹੈਗਾ ਬਾਹਰੀ ਨਸਲ ਦੀ ਮੱਛੀ ਛੱਡਣ ਦੇ ਸਿੱਟੇ ਵਜੋਂ ਮੱਛੀਆਂ ਦੀ ਬਹੁਤ ਹੀ ਸਾਰੀਆਂ ਸਥਾਨਕ ਜਾਤੀਆਂ ਲੁਪਤ ਹੋ ਗਈਆਂ ਹਨ। ਠੀਕ ਹੈ ਜੀ। ਅੱਗੇ ਹੈ ਦੋਸਤੋ ਆਪਣਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਵਪਾਰ, ਤਾਂ ਨੈਸ਼ਨਲ ਐਂਡ ਇੰਟਰਨੈਸ਼ਨਲ ਟ੍ਰੇਡ ਜੰਗਲੀ ਜੰਤੂਆਂ ਤੋਂ ਪ੍ਰਾਪਤ ਹੋਣ ਵਾਲੇ ਪਦਾਰਥਾਂ ਜਿਵੇਂ ਕਿ ਦਵਾਈਆਂ, ਸੁਗੰਧੀ ਵਾਲੀਆਂ ਵਸਤਾਂ, ਠੀਕ ਹੈ ਜੀ, ਜਿਵੇਂ ਕਿ ਪਰਫਿਊਮਸ, ਸ਼ਿੰਗਾਰ ਕਰਨ ਦਾ ਸਮਾਨ ਯਾਨੀ ਕਿ ਦੋਸਤੋ ਕੋਸਮੈਟਿਕਸ, ਸਜਾਵਟੀ ਸਮਾਨ, ਠੀਕ ਹੈ, ਅਜਾਇਬ ਘਰਾਂ ਲਈ ਦੋਸਤੋ ਨਮੂਨੇ ਯਾਨੀ ਕਿ ਮਿਊਜ਼ੀਅਮ, ਸਪੈਸੀਮੈਂਸ ਆਦਿ ਦੀ ਅੰਤਰਰਾਸ਼ਟਰੀ ਵਪਾਰ ਲਈ ਦੋਸਤੋ ਜਿਹੜਾ ਹੈਗਾ ਦੋਸਤੋ ਵਪਾਰ ਕਈ ਜਾਤੀਆਂ ਦੀ ਤਬਾਹੀ ਦਾ ਕਾਰਨ ਹੈ। ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਦੋਸਤੋ ਆਪਣਾ ਇਹ ਹੋ ਗਿਆ, ਹਾਂਜੀ, ਇਹ ਹੋ ਗਿਆ ਦੋਸਤੋ। ਅਤੇ ਹੁਣ ਅਗਲਾ ਪ੍ਰਸ਼ਨ ਇਸ ਦੇ ਨਾਲ ਹੀ ਹੈ ਕਿ ਵਾਤਾਵਰਣ ਅਤੇ ਵਿਕਾਸ ਵਿਚਕਾਰ ਜਿਹੜਾ ਕੀ ਸੰਬੰਧ ਹੈ। ਠੀਕ ਹੈ ਜੀ। ਤਾਂ ਆਹੀ ਆ ਕੁਐਸਚਨ ਆਪਣਾ ਦੇਖ ਲਓ ਉੱਪਰ, ਵਾਤਾਵਰਣ ਪ੍ਰਬੰਧ ਦੀ ਲੋੜ, ਠੀਕ ਹੈ ਜੀ, ਅਤੇ ਵਿਕਾਸ ਯਾਨੀ ਕਿ ਨੀਡ ਫॉर ਇਨਵਾਇਰਮੈਂਟਲ ਮੈਨੇਜਮੈਂਟ ਵਿਸ ਡਿਵੈਲਪਮੈਂਟ ਮਤਲਬ ਵਿਕਾਸ। ਤਾਂ ਦੇਖੋ ਦੋਸਤੋ ਇਸ ਤਰ੍ਹਾਂ ਹੀ ਇਸ ਦਾ ਆਨਸਰ ਲਿਖਣਾ ਵਾ ਤੁਸੀਂ ਕਿ ਵਾਤਾਵਰਣ ਪ੍ਰਬੰਧ ਦਾ। ਦੇਖੋ ਦੋਸਤੋ ਵਾਤਾਵਰਣ ਪ੍ਰਬੰਧ ਬਹੁਤ ਜ਼ਰੂਰੀ ਹੈ। ਠੀਕ ਹੈ ਜੀ। ਕਿਉਂਕਿ ਦੋਸਤੋ ਵਿਕਾਸ ਦੇ ਕਾਰਨ ਵਾਤਾਵਰਣ ਵਿੱਚ ਬਦਲਾਵ ਆਉਂਦਾ। ਵਿਕਾਸ ਇੱਕ ਜਿਹੜਾ ਹੈਗਾ ਆਮ ਧਾਰਨਾ ਹੈ। ਇਹ ਕੇਵਲ ਇੱਕ ਵਾਧਾ ਨਹੀਂ ਸਗੋਂ ਦੋਸਤੋ ਇਹ ਇਸ ਵਿੱਚ ਜਿਹੜਾ ਹੈਗਾ ਸਿੱਖਿਆ, ਆਰਥਿਕ, ਸਿਹਤ, ਪੋਸ਼ਣ, ਲੋਕਾਂ ਦੇ ਸੰਗਠਨ, ਅਨੁਸ਼ਾਸਨ, ਇਮਾਨਦਾਰ ਮਜ਼ਦੂਰ ਵੀ ਆਉਂਦਾ ਹੈ। ਠੀਕ ਹੈ ਜੀ। ਵਿਗਿਆਨ ਅਤੇ ਤਕਨੋਲੋਜੀ ਰਾਹੀਂ ਵਿਕਾਸ ਹਮੇਸ਼ਾ ਜਿਹੜਾ ਹੈਗਾ ਵਾਤਾਵਰਣੀ ਸਾਧਨਾਂ ਦਾ ਇਸਤੇਮਾਲ ਹੁੰਦਾ ਹੈ। ਇਹਨਾਂ ਸਾਧਨਾਂ ਦੇ ਜਿਹੜਾ ਹੈਗਾ ਅੰਧਾਧੁੰਦ ਇਸਤੇਮਾਲ ਨਾਲ ਵਾਤਾਵਰਣ ਘਟੀਆ ਯਾਨੀ ਕਿ ਡੀਗ੍ਰੇਡ ਹੋਇਆ ਹੈ। ਇਸ ਕਰਕੇ ਵਾਤਾਵਰਣੀ ਪ੍ਰਬੰਧ ਦਾ ਵੀ ਜਿਹੜਾ ਹੈਗਾ ਬਹੁਤ ਹੀ ਜ਼ਰੂਰਤ ਹੈ। ਠੀਕ ਹੈ ਜੀ। ਵਾਤਾਵਰਣੀ ਪ੍ਰਬੰਧ ਵਿੱਚ ਜਿਹੜਾ ਹੈਗਾ ਵਾਤਾਵਰਣ ਦੇ ਤਕਨੀਕ, ਆਰਥਿਕ ਅਤੇ ਦੋਸਤੋ ਦੂਜੇ ਪਹਿਲੂ ਸ਼ਾਮਿਲ ਹਨ। ਠੀਕ ਹੈ ਜੀ। ਅਤੇ ਇਹ ਪਹਿਲੂ ਹਨ ਜਿਵੇਂ ਕਿ ਸਭ ਤੋਂ ਪਹਿਲਾਂ ਕਿ ਬਚਾਓ ਅਤੇ ਕੰਟਰੋਲ ਦੇ ਉਪਾਅ, ਪਾਲਿਸੀ ਬਣਾਉਣਾ, ਠੀਕ ਹੈ ਜੀ, ਮਾਡਲਿੰਗ, ਵਾਤਾਵਰਣ ਮੋਨੀਟਰਿੰਗ। ਠੀਕ ਹੈ ਜੀ। ਤਾਂ ਇੱਕ ਉਚਿਤ ਵਾਤਾਵਰਣ ਪ੍ਰਬੰਧ ਰਣਨੀਤੀ ਦਾ ਉਦੇਸ਼ ਹੈ ਕਿ ਘੱਟੋ ਘੱਟ ਪ੍ਰਦੂਸ਼ਣ ਸਾਧਨਾਂ ਦੀ ਦੋਸਤੋ ਜਿਹੜੀ ਹੈਗੀ ਘੱਟ ਤੋਂ ਘੱਟ ਵਰਤੋਂ, ਤਾਂ ਜੋ ਦੋਸਤੋ ਟਿਕਾਊ ਵਿਕਾਸ ਹੋ ਸਕੇ। ਇਸ ਲਈ ਇੱਕ ਸਫਲ ਵਾਤਾਵਰਣੀ ਪ੍ਰਬੰਧ ਵਿੱਚ ਜ਼ਰੂਰੀ ਸ਼ਾਮਿਲ ਜਿਹੜੇ ਹੈਗੇ ਆ ਹੋਣਾ ਚਾਹੀਦਾ ਹੈ, ਜਿਵੇਂ ਕਿ ਦੋਸਤੋ ਵਾਤਾਵਰਣੀ ਵਿਗਿਆਨ, ਇੰਜੀਨੀਅਰਿੰਗ, ਠੀਕ ਹੈ ਜੀ, ਇਸ ਦੇ ਨਾਲ ਹੀ ਆ ਵਾਤਾਵਰਣੀ ਵਿਗਿਆਨ ਅਤੇ ਇੰਜੀਨੀਅਰਿੰਗ, ਆਰਥਿਕ ਵਿਗਿਆਨ ਅਤੇ ਨੀਤੀ। ਤਾਂ ਦੇਖੋ ਦੋਸਤੋ ਵਾਤਾਵਰਣੀ ਵਿਗਿਆਨ ਇੰਜੀਨੀਅਰਿੰਗ ਵਿਭਿੰਨ ਕਲਪਨਾਿਕ ਧਾਰਨਾਵਾਂ ਅਤੇ ਪ੍ਰੈਕਟੀਕਲ ਔਜ਼ਾਰਾਂ ਦਾ ਪ੍ਰਯੋਗ ਕਰਦੀ ਹੈ। ਇਹ ਪ੍ਰਦੂਸ਼ਣਾਂ ਨੂੰ ਦੋਸਤੋ ਮੋਨੀਟਰ, ਬਚਾਓ ਅਤੇ ਦੋਸਤੋ ਕੰਟਰੋਲ ਕਰਨ ਲਈ ਜਿਹੜੇ ਹੈਗਾ ਲੋੜੀਂਦੇ ਹਨ। ਠੀਕ ਹੈ ਜੀ। ਅਤੇ ਵਾਤਾਵਰਣੀ ਆਰਥਿਕ ਵਿਗਿਆਨ ਦੋਸਤੋ ਵਾਤਾਵਰਣੀ ਅਤੇ ਕੁਦਰਤੀ ਸਾਧਨਾਂ ਦੇ ਦੋਸਤੋ ਲਾਗਤ ਅਤੇ ਲਾਭਾਂ ਨਾਲ ਸੰਬੰਧਿਤ ਹੈ। ਠੀਕ ਹੈ ਜੀ। ਅਤੇ ਵਾਤਾਵਰਣੀ ਨੀਤੀ ਵਿੱਚ ਜਿਹੜਾ ਹੈਗਾ ਕਾਨੂੰਨ ਅਤੇ ਨਿਯਮ ਸ਼ਾਮਿਲ ਹੋਣੇ ਚਾਹੀਦੇ ਹਨ, ਜਿਹੜੇ ਜ਼ਿੰਮੇਦਾਰ ਅਤੇ ਯੋਗ ਅਗਵਾਈ ਜਿਹੜੇ ਹੈਗੇ ਦੋਸਤੋ ਆਪਣੇ ਨਾਲ ਸਮਾਜ ਦੀ ਭਲਾਈ ਅਤੇ ਸੁਰੱਖਿਆ ਲਈ ਬਣਾਏ ਜਾਂਦੇ ਹਨ। ਵਾਤਾਵਰਣੀ ਪ੍ਰਬੰਧ ਦੀ ਜ਼ਰੂਰਤ ਦੇ ਕਾਰਨ ਤਾਂ ਦੇਖੋ ਦੋਸਤੋ ਨੀਡ ਫॉर ਇਨਵਾਇਰਮੈਂਟਲ ਮੈਨੇਜਮੈਂਟ ਵਾਤਾਵਰਣੀ ਪ੍ਰਬੰਧ ਨਾਲ ਸੰਬੰਧਿਤ ਜ਼ਰੂਰਤਾਂ ਦੇ ਕਾਰਨ ਹਨ, ਜਿਵੇਂ ਕਿ ਸਭ ਤੋਂ ਪਹਿਲਾਂ ਆਪਾਂ ਦੇਖ ਲੈਂਦੇ ਹਾਂ ਉਦਯੋਗਿਕ ਕ੍ਰਾਂਤੀ ਨੇ ਦੋਸਤੋ ਜਿਹੜਾ ਹੈਗਾ ਵੱਡੇ ਪਰਿਵਰਤਨ ਲਿਆਉਂਦੇ ਹਨ। ਠੀਕ ਹੈ ਜੀ। ਜਿਵੇਂ ਕਿ ਪਹਿਲਾਂ ਦੋਸਤੋ ਜਿਹੜਾ ਹੈਗਾ ਵਾ ਕਿ ਲਘੂ ਉਦਯੋਗ ਸਨ, ਪਰ ਮਸ਼ੀਨਾਂ ਨਾਲ ਦੋਸਤੋ ਜਿਹੜਾ ਹੈਗਾ ਵੱਡੇ ਪੱਧਰ 'ਤੇ ਸਮਾਨ ਬਣਨ ਲੱਗ ਪਿਆ। ਇਸ ਨਾਲ ਦੋਸਤੋ ਜਿਹੜਾ ਹੈਗਾ ਉਦਯੋਗਿਕ ਸਮਾਜ ਦਾ ਵਿਕਾਸ ਹੋਇਆ, ਜਿਸ ਵਿੱਚ ਵਿਭਿੰਨ ਤਰ੍ਹਾਂ ਦੀਆਂ ਵਸਤੂਆਂ ਬਣਾਉਣ ਦੀ ਵੱਧ ਤੋਂ ਵੱਧ ਊਰਜਾ ਜਿਹੜੀ ਹੈਗੀ ਹੈ, ਸਾਧਨ ਦੀ ਵਰਤੋਂ ਘੱਟੋ ਘੱਟ ਮਜ਼ਦੂਰੀ ਦੀ ਵਰਤੋਂ ਕੀਤੀ ਜਾਂਦੀ ਹੈ। ਠੀਕ ਹੈ ਜੀ। ਅਤੇ ਦੂਸਰਾ ਪੁਆਇੰਟ ਦੋਸਤੋ ਹੈਗਾ ਕਿ ਫਾਰਮਾਂ 'ਤੇ ਆਪਣਾ ਜਿਹੜਾ ਹੈ ਮਸ਼ੀਨਾਂ ਦੇ ਪ੍ਰਯੋਗ ਨਾਲ ਬਹੁਤ ਸਾਰੇ ਜਿਹੜੇ ਹੈਗੇ ਪੇਂਡੂ ਲੋਕ ਸ਼ਹਿਰ ਜਾਣ ਲੱਗ ਪਏ ਹਨ। ਇਸ ਖੇਤੀਬਾੜੀ ਉਦਯੋਗਿਕ ਸਮਾਜ ਵਿੱਚ ਤਬਦੀਲੀ ਦੇ ਮਨੁੱਖ ਵਿੱਚ ਜਿਹੜਾ ਹੈਗਾ ਮਨੁੱਖ ਦੀ ਦੋਸਤੋ ਵਾਤਾਵਰਣ ਪ੍ਰਤੀ ਅੰਤਰਕਿਰਿਆ ਹੈ। ਵਾਤਾਵਰਣੀ ਸੰਬੰਧੀ ਦੋਸਤੋ ਸਮੱਸਿਆ ਜਿਵੇਂ ਕਿ ਹਵਾ ਪ੍ਰਦੂਸ਼ਣ ਹੋ ਗਿਆ, ਠੀਕ ਹੈ ਜੀ, ਅਤੇ ਭੂ-ਖੋਰ ਜੰਗਲਾਂ
ਤੇ ਦੋਸਤੋ ਜੰਗਲੀ ਜੀਵਾਂ ਦਾ ਦੋਸਤੋ ਜਿਹੜਾ ਹੈਗਾ ਵਿਨਾਸ਼ ਅਤੇ ਉਦਯੋਗਿਕ ਸੁਸਾਇਟੀਆਂ ਦਾ ਵਾਤਾਵਰਣ ਦੀ ਵੱਧਦੀ ਮੰਗ ਕਾਰਨ ਹੈ। ਉਦਯੋਗਿਕ ਸਮਾਜ ਵਿੱਚ ਦੋਸਤੋ ਜਿਸ ਦੇ ਕੋਲ ਜਿਹੜਾ ਹੈਗਾ ਵਾ ਆਪਣਾ ਆਧੁਨਿਕ ਤਕਨੋਲੋਜੀ ਹੈ, ਠੀਕ ਹੈ ਜੀ, ਚਾਹੇ ਫਿਰ ਉਹ ਉਹਨਾਂ ਦੇ ਮੈਂਬਰ ਹੋਣ ਤਾਂ ਨਾਤੇ ਤਾਂ ਅਸੀਂ ਦੋਸਤੋ ਖਪਤ ਅਤੇ ਉਤਪਾਦਨ ਵਿੱਚ ਜਿਹੜਾ ਹੈਗਾ ਵਾਧਾ ਗੈਰ ਅਪਘਟਨਸ਼ੀਲ, ਠੀਕ ਹੈ ਜੀ, ਆਪਣਾ ਸੰਸਲਿਸ਼ਟ ਪਦਾਰਥਾਂ ਅਤੇ ਦੋਸਤੋ ਪੂਰਤੀਯੋਗ ਸਾਧਨਾਂ ਦਾ ਦੋਸਤੋ ਵੱਧ ਤੋਂ ਵੱਧ ਪ੍ਰਯੋਗ ਕਰ ਰਹੇ ਹਾਂ, ਠੀਕ ਹੈ ਜੀ। ਅੱਗੇ ਦੋਸਤੋ ਊਰਜਾ ਦੀ ਜਿਹੜੀ ਹੈਗੀ ਆ ਮੰਗ ਬਹੁਤ ਹੀ ਵੱਧ ਗਈ ਹੈ, ਜਿਸ ਨਾਲ ਦੋਸਤੋ ਪ੍ਰਦੂਸ਼ਣ, ਸਾਧਨਾਂ ਦੀ ਕਮੀ, ਵਿਸ਼ਵ ਤਾਪਮਾਨ, ਸਿਹਤ ਸੰਬੰਧੀ ਬਿਮਾਰੀਆਂ, ਨਿਊਕਲੀਅਰ ਸੰਕਟ, ਵੱਧ ਆਬਾਦੀ ਆਦਿ ਸਮੱਸਿਆਵਾਂ ਪੈਦਾ ਹੋ ਗਈਆਂ ਹਨ। ਅੱਗੇ ਦੋਸਤੋ ਡਿਵੈਲਪਮੈਂਟ ਦਾ ਦੇਖੋ ਦੋਸਤੋ ਵਿਕਾਸ, ਤਾਂ ਦੇਖੋ ਵਿਕਾਸ ਦੇ ਵਿੱਚ ਕਿਸ ਤਰ੍ਹਾਂ ਵਾ ਕਿ ਆਕਸਫੋਰਡ ਡਿਕਸ਼ਨਰੀ ਅਨੁਸਾਰ ਦੋਸਤੋ ਵਿਕਾਸ ਤੋਂ ਭਾਵ ਹੈ ਕਿ ਵਾਧਾ ਜਾਂ ਫਿਰ ਅੱਗੇ ਵਧਣਾ, ਠੀਕ ਹੈ ਜੀ। ਇਹ ਸ਼ਬਦ ਨੂੰ ਦੋਸਤੋ ਸਮਾਜ ਵਿੱਚ ਰਾਸ਼ਟਰ ਦਾ ਜਿਹੜਾ ਹੈਗਾ ਵਾ ਵਿਕਾਸ ਲਈ ਦੋਸਤੋ ਵਰਤਿਆ ਜਾਂਦਾ ਹੈ। ਪਰੰਪਰਾਗਤ ਤੌਰ 'ਤੇ ਦੋਸਤੋ ਜਿਹੜਾ ਹੈਗਾ ਵਿਕਸਿਤ ਦੇਸ਼ਾਂ ਵਿੱਚ ਇੱਕ ਅਜਿਹਾ ਦੇਸ਼ ਹੈ ਜੋ ਤਕਨੀਕੀ ਜਿਹੜਾ ਹੈਗਾ ਅੰਗਾਹ ਵਾਧੂ ਹੈ, ਠੀਕ ਹੈ ਜੀ। ਇਸ ਦੇ ਲੋਕਾਂ ਦਾ ਰਹਿਣ ਸਹਿਣ ਦੋਸਤੋ ਉੱਚਾ ਹੈ। ਕਈ ਵਾਰੀ ਦੋਸਤੋ ਉਹ ਇਹਨਾਂ ਘਰੇਲੂ ਉਤਪਾਦਨ ਵਿਕਾਸ ਯਾਨੀ ਕਿ ਗਰੋਥ ਜਾਂ ਫਿਰ ਗ੍ਰੋਸ ਡੋਮੈਸਟਿਕ ਪ੍ਰੋਡਕਟ GDP ਜਾਂ ਫਿਰ ਦੋਸਤੋ ਰਾਸ਼ਟਰੀ ਕੁੱਲ ਉਤਪਾਦ ਗ੍ਰੋਸ ਨੈਸ਼ਨਲ ਪ੍ਰੋਡਕਟ, ਠੀਕ ਹੈ ਜੀ, ਜਿੱਥੇ ਦੋਸਤੋ ਉਹੀ ਦੋਸਤੋ ਵਿਕਾਸ ਦੇਸ਼ ਹਨ, ਠੀਕ ਹੈ ਜੀ। ਜਦੋਂ ਇੱਕ ਵਿਕਾਸਸ਼ੀਲ ਦੇਸ਼ ਉਹ ਦੇਸ਼ ਹੈ ਅਜਿਹੇ ਵਿਕਾਸ ਦੀ ਪ੍ਰਾਪਤੀ ਲਈ ਦੋਸਤੋ ਜਿਹੜਾ ਹੈਗਾ ਯਤਨਸ਼ੀਲ, ਤਾਂ ਜੋ ਦੋਸਤੋ ਉਹ ਆਪਣੇ ਸ਼ਹਿਰੀਆਂ ਨੂੰ ਦੋਸਤੋ ਜਿਹੜਾ ਹੈਗਾ ਰਹਿਣ ਸਹਿਣ 'ਤੇ ਉਹੀ ਮਿਆਰ ਦੇ ਸਕੇ। ਅਤੇ ਅੱਗੇ ਲਿਖਿਆ ਹੋਇਆ ਦੋਸਤੋ ਕਿ ਇੱਥੇ ਵਰਣਨਯੋਗ ਹੈ ਕਿ GDP ਸ਼ਹਿਰੀ ਅਤੇ ਗੈਰ ਸ਼ਹਿਰੀਆਂ ਦੋਵਾਂ ਦੁਆਰਾ ਕਿਸੇ ਆਰਥਿਕਤਾ ਰਾਹੀਂ ਵਸਤੂਆਂ ਅਤੇ ਸੇਵਾਵਾਂ ਦਾ ਅੰਤਿਮ ਉਪਯੋਗ ਕੁੱਲ ਹੈ, ਭਾਵੇਂ ਉਹ ਘਰੇਲੂ ਜਾਂ ਫਿਰ ਬਾਹਰੀ ਨਿਵੇਸ਼ ਲਈ ਹੋਵੇ, ਠੀਕ ਹੈ ਜੀ। GDP ਨੂੰ ਦੋਸਤੋ ਜਿਹੜਾ ਹੈਗਾ ਕੁੱਲ ਜਨਸੰਖਿਆ ਨਾਲ ਜਿਹੜਾ ਹੈਗਾ ਭਾਗ ਕਰਕੇ GDP ਪ੍ਰਤੀ ਵਿਅਕਤੀ ਪ੍ਰਾਪਤ ਹੁੰਦਾ ਹੈ। ਵਾਤਾਵਰਣ ਅਤੇ ਵਿਕਾਸ ਵਿੱਚ ਜਿਹੜਾ ਹੈਗਾ ਵਾ ਸੰਬੰਧ, ਤਾਂ ਦੇਖੋ ਦੋਸਤੋ ਆਹੀ ਮੇਨ ਪੁੱਛਿਆ ਗਿਆ ਸੀਗਾ ਕਿ ਵਾਤਾਵਰਣ ਅਤੇ ਵਿਕਾਸ ਵਿੱਚ ਸੰਬੰਧ, ਤਾਂ ਅਸੀਂ ਸਾਰੇ ਜਿਹੜਾ ਹੈਗਾ ਵਾ ਵਿਕਾਸ ਚਾਹੁੰਦੇ ਹਾਂ ਕਿ ਵਿਕਾਸ ਦੇ ਲਈ ਦੋਸਤੋ ਸਾਨੂੰ ਕੁਦਰਤੀ ਸਾਧਨਾਂ ਦਾ ਜਿਹੜਾ ਹੈਗਾ ਵਾ ਵਰਤੋਂ ਕਰਨੀ ਪੈਂਦੀ ਹੈ। ਇਸ ਦੇ ਵਰਤੋਂ ਦੇ ਫਲਸਰੂਪ ਇੱਕ ਜਾਂ ਫਿਰ ਇੱਕ ਤੋਂ ਜ਼ਿਆਦਾ ਫੋਕਟ ਪਦਾਰਥ ਪੈਦਾ ਹੁੰਦੇ ਹਨ, ਜਿਹੜੇ ਦੋਸਤੋ ਮੁੱਲ ਪ੍ਰਕਿਰਤੀ ਵਿੱਚ ਮਿਲਦੇ ਹਨ। ਇਸੇ ਤਰ੍ਹਾਂ ਦੋਸਤੋ ਵਾਤਾਵਰਣ ਵਿਕਾਸ ਦੀਆਂ ਸਾਰੀਆਂ ਗਤੀਵਿਧੀਆਂ ਦੇ ਲਈ ਸਰੋਤ ਅਤੇ ਦੋਸਤੋ ਗ੍ਰਾਹੀ ਜਿਹੜਾ ਹੈਗਾ ਦੋਵਾਂ ਵਜੋਂ ਜਿਹੜਾ ਹੈਗਾ ਕਾਰਜ ਕਰਦਾ ਹੈ, ਠੀਕ ਹੈ ਜੀ। ਅਤੇ ਉਦਾਹਰਣ ਵਜੋਂ ਦੋਸਤੋ ਜਿਹੜਾ ਹੈਗਾ ਆਪਣਾ ਪਿੰਡਾਂ ਵਿਚਲੇ ਜਿਹੜੀ ਹੈਗੀਆਂ ਨੇ ਛੱਪੜ ਮੱਛੀਆਂ ਵੱਖ ਕੰਮਾਂ ਲਈ ਦੋਸਤੋ ਜਿਹੜਾ ਹੈਗਾ ਵਾ ਸਰੋਤ ਵਜੋਂ ਕਾਰਜ ਕਰਦੀਆਂ ਹੋਈਆਂ ਪਿੰਡ ਦੀਆਂ ਆਰਥਿਕਤਾ ਵਿੱਚ ਜਿਹੜੀ ਹੈਗਾ ਵੱਡੀ ਭੂਮਿਕਾ ਨਿਭਾਉਂਦੇ ਹਨ। ਖੇਤਾਂ ਦੇ ਦੋਸਤੋ ਜਿਹੜੀ ਹੈਗੀ ਆ ਰੂੜ ਕੇ ਆਈ ਪਾਣੀ ਨਾਲ ਦੋਸਤੋ ਜਿਹੜਾ ਹੈਗਾ ਖੇਤਾਂ ਵਿੱਚ ਆਉਣ ਵਾਲੇ ਜਿਹੜੇ ਫਰਟੀਲਾਈਜ਼ਰਸ ਅਤੇ ਕੀਟਨਾਸ਼ਕ ਦਵਾਈਆਂ ਦੀ ਜਿਹੜੀ ਹੈਗੀ ਗ੍ਰਾਹੀ ਸਿੰਕ ਵਜੋਂ ਜਿਹੜੀ ਹੈਗੀ ਕਾਰਜ ਕਰਦੇ ਹਨ, ਠੀਕ ਹੈ ਜੀ। ਭੂਮੀ ਦੇ ਵਿਕਾਸ ਵਿੱਚ ਜਿਹੜਾ ਹੈਗਾ ਵਾ ਆਪਣਾ ਤਾਂ ਸੰਦਰਭ ਵਿੱਚ ਜਿਹੜਾ ਹੈਗਾ ਵਾ ਵਾਤਾਵਰਣ ਅਤੇ ਵਿਕਾਸ ਵਿਚਾਲੇ ਜਿਹੜਾ ਹੈਗਾ ਰਿਸ਼ਤਿਆਂ ਬਾਰੇ ਜਿਹੜਾ ਹੈਗਾ ਕੋਖ ਕਰਨਾ ਜ਼ਰੂਰੀ ਹੈ, ਠੀਕ ਹੈ ਜੀ। ਕੋਖ ਕਰਨਾ ਜ਼ਰੂਰੀ ਹੈ ਕਿਉਂਕਿ ਵੱਡੇ ਜਿਹੜੇ ਹੈਗੇ ਆਕਾਰ ਵਾਲੇ ਪ੍ਰੋਜੈਕਟ ਦੇ ਕਾਰਨ ਵਾਤਾਵਰਣ ਅਤੇ ਵਿਕਾਸ ਵਿੱਚ ਜਿਹੜਾ ਹੈਗੇ ਆ ਝਗੜੇ ਹੋ ਜਾਂਦੇ ਹਨ। ਉਦਾਹਰਣ ਵਜੋਂ ਦੋਸਤੋ ਜਿਹੜਾ ਹੈਗਾ ਕੁਝ ਜਿਹੜਾ ਹੈਗਾ ਦੋਸਤੋ ਕੁਝ ਵੀ ਵਿਅਕਤੀ ਦੋਸਤੋ ਪ੍ਰਦੂਸ਼ਣ ਪੈਦਾ ਕਰਨ ਵਾਲੇ ਉਦਯੋਗ ਜਿਵੇਂ ਕਿ ਦੋਸਤੋ ਬਗੈਰ ਇਸ ਗੱਲ ਵੱਲ ਧਿਆਨ ਦਿੱਤਿਆਂ ਕਿ ਅਜਿਹਾ ਕਰਨ ਦੇ ਨਾਲ ਦੋਸਤੋ ਜਿਹੜਾ ਹੈਗਾ ਉਹ ਕਾਮਿਆਂ ਉੱਪਰ ਕੀ ਅਸਰ ਪਵੇਗਾ। ਕਾਮੇ ਮਤਲਬ ਦੋਸਤੋ ਜਿਹੜੇ ਲੇਬਰ ਵਗੈਰਾ ਹੁੰਦੇ ਹਨ ਬੰਦ ਕਰਨ ਦੀ ਸਲਾਹ ਦਿੰਦੇ ਹਨ। ਇਸੇ ਹੀ ਤਰ੍ਹਾਂ ਦੋਸਤੋ ਜਿਹੜਾ ਹੈਗਾ ਇਮਾਰਤੀ ਲੱਕੜੀ ਪ੍ਰਾਪਤ ਕਰਨ ਲਈ ਦੋਸਤੋ ਜਿਹੜਾ ਹੈਗਾ ਵਣਾਂ ਨੂੰ ਠੇਕੇ 'ਤੇ ਦੇ ਦਿੱਤਾ ਜਾਂਦਾ ਹੈ ਤਾਂ ਜੋ ਇਸ ਲੱਕੜੀ ਦੇ ਆਯਾਤ ਅਤੇ ਨਿਰਯਾਤ ਕੀਤਾ ਜਾ ਸਕੇ, ਪਰ ਲੱਕੜ ਦੀ ਕਟਾਈ ਦੇ ਫਲਸਰੂਪ ਦੋਸਤੋ ਹਵਾ ਅਤੇ ਉਹਨਾਂ ਦੀ ਜੈਵਿਕ ਵਿਭਿੰਨਤਾ ਦੀ ਹਾਨੀ ਹੁੰਦੀ ਹੈ। ਅਤੇ ਦੋਸਤੋ ਲਿਖਿਆ ਹੋਇਆ ਅੱਗੇ ਆਖਰੀ ਪੁਆਇੰਟ ਹੈ ਆਪਣਾ ਕਿ ਵਿਕਾਸ ਦਾ ਅੱਜ ਮਾਡਲ ਵਾਤਾਵਰਣ ਨੂੰ ਤਬਾਹ ਕਰ ਦੇਵੇਗਾ। ਤਾਂ ਦੋਸਤੋ ਅੱਜ ਕੱਲ੍ਹ ਜਿਹੜਾ ਹੈਗਾ ਵਾ ਕਿ ਜਿਹੜਾ ਹੈਗਾ ਮਨੁੱਖ ਆਪਣੇ ਆਪ ਨੂੰ ਇੱਕ ਵੱਖਰਾ ਜਿਹੜਾ ਹੈਗਾ ਉੱਤਮ ਵਜੂਦ ਯਾਨੀ ਕਿ ਐਂਟੀਟੀ ਵਜੋਂ ਮੰਨ ਰਿਹਾ ਹੈ, ਜਿਸ ਵਿੱਚ ਸ਼ਕਤੀ, ਖੁਸ਼ਹਾਲੀ ਅਤੇ ਆਪਣੀ ਦੋਸਤੋ ਜਿਹੜੀ ਹੈਗੀ ਆ ਪ੍ਰਤਿਸ਼ਠਾ ਲਈ ਦੋਸਤੋ ਨਾ ਖਤਮ ਹੋਣ ਵਾਲੀ ਭੁੱਖ ਵੱਧ ਚੁੱਕੀ ਹੈ। ਕੁਦਰਤ ਨਾਲ ਆਪਣੇ ਜਿਹੜੇ ਹੈਗੇ ਮਧੁਰ ਸੰਬੰਧਾਂ ਨੂੰ ਦੋਸਤੋ ਭੁਲਾਉਂਦਿਆਂ ਹੋਇਆ ਉਹ ਮਨੁੱਖ ਨੇ ਆਪਣੀ ਜਿਹੜੀ ਹੈਗੀ ਬੁੱਧੀ ਕੁਦਰਤ ਉੱਤੇ ਹਾਵੀ ਹੋਣ ਅਤੇ ਜਿੱਤ ਪ੍ਰਾਪਤ ਕਰਨ ਲਈ ਵਰਤਿਆ ਹੈ। ਉਦਯੋਗੀਕਰਨ ਅਤੇ ਸ਼ਹਿਰੀਕਰਨ ਅਤੇ ਆਰਥਿਕ ਕੁਦਰਤ ਉੱਤੇ ਵੀ ਦੋਸਤੋ ਜਿਹੜਾ ਹੈਗਾ ਵਾ ਹਾਵੀ ਹੋਣ ਅਤੇ ਜਿੱਤ ਪ੍ਰਾਪਤ ਕਰਨ ਲਈ ਦੋਸਤੋ ਵਰਤਿਆ ਗਿਆ ਹੈ। ਉਦਯੋਗੀਕਰਨ ਅਤੇ ਸ਼ਹਿਰੀਕਰਨ ਆਰਥਿਕ ਵਿਕਾਸ ਦੇ ਦੋਸਤੋ ਜਿਹੜੇ ਹੈਗੇ ਨੇ ਜੋ ਦੋ ਜ਼ਰੂਰੀ ਸੂਚਕ ਹਨ। ਵਿਕਾਸ ਦਾ ਮੁੱਖ ਉਦੇਸ਼ ਕੇਵਲ ਵਸਤੂਆਂ ਦਾ ਵਿਕਾਸ ਤੱਕ ਹੀ ਸੀਮਿਤ ਹੋ ਕੇ ਰਹਿ ਗਿਆ ਹੈ ਅਤੇ ਜਾਤੀ
ਤੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਤਕਨਾਲੋਜੀ ਅਤੇ ਦੋਸਤੋ ਪ੍ਰਸਿੱਧੀ ਵਿਗਿਆਨ ਵਿੱਚ ਜਿਹੜਾ ਹੈਗਾ ਵਾ ਉਹ ਇੱਕ ਦੂਸਰੇ ਨਾਲ ਦੋਸਤੋ ਲਗਭਗ ਅਲੱਗ ਹੀ ਹੋ ਗਏ ਹਨ। ਠੀਕ ਹੈ ਜੀ। ਵਿਸ਼ਵ ਪੱਧਰ 'ਤੇ ਦੋਸਤੋ ਵਿਕਾਸ ਦੀਆਂ ਨੀਤੀਆਂ ਅਤੇ ਸਰਗਰਮੀਆਂ ਲਗਭਗ ਕੁਦਰਤ ਲਈ ਜਿਹੜਾ ਹੈਗਾ ਵਾ ਆਪਣਾ ਸ਼ੋਸ਼ਨੀ ਬਣ ਕੇ ਰਹਿ ਗਈਆਂ ਹਨ। ਇਸ ਦੇ ਕਾਰਨ ਦੋਸਤੋ ਪ੍ਰਿਥਵੀ ਉੱਤੇ ਜਿਹੜੇ ਹੈਗੇ ਮਨੁੱਖੀ ਜਾਤੀ ਦੀ ਹੋਂਦ ਲਗਾਤਾਰ ਜਿਹੜੀ ਹੈਗੀ ਉਹ ਖਤਰਾ ਪੈਦਾ ਹੋ ਗਿਆ ਹੈ। ਭੂਮੀ ਦੀ ਜਿਹੜਾ ਹੈਗਾ ਲਗਾਤਾਰ 50% ਹਿੱਸਾ ਹੀ ਦੋਸਤੋ ਜਿਹੜਾ ਹੈਗਾ ਵਾ ਆਪਣਾ ਅਪਰਦਿਤ ਹੋ ਚੁੱਕਿਆ ਹੈ, ਜਿਸ ਕਾਰਨ ਦੋਸਤੋ ਭੂਮੀ ਦੀ ਉਪਜਾਊ ਸ਼ਕਤੀ ਘੱਟ ਚੁੱਕੀ ਹੈ। ਸੰਸਾਰ ਭਰ ਦੀ ਦੋਸਤੋ ਜੈਵਿਕ ਵਿਭਿੰਨਤਾ ਅਤੇ ਪਾਰਿਸਥਿਤਿਕ ਪ੍ਰਬੰਧ ਨੂੰ ਜਿਹੜਾ ਹੈਗਾ ਵਾ ਪਹੁੰਚੇ ਨੁਕਸਾਨ ਅਤੇ ਅੰਕਿਤ ਜਿਹੜਾ ਹੈਗਾ ਦੋਸਤੋ ਨਹੀਂ ਕੀਤਾ ਜਾ ਸਕਦਾ। ਸਾਡੇ ਨਵਿਆਉਣਯੋਗ ਅਤੇ ਨਾ ਨਵਿਆਉਣਯੋਗ ਸਾਧਨਾਂ ਦਾ ਦੋਸਤੋ ਸਿਖਿਆਉਣਤਕ ਖਤਰਨਾਕ ਸੀਮਾ ਤੱਕ ਦੋਸਤੋ ਹੋ ਚੁੱਕਿਆ ਹੈ। ਠੀਕ ਹੈ ਜੀ। ਅੰਧਾਧੁੰਦ ਕੀਤੀਆਂ ਜਾਣ ਵਾਲੀਆਂ ਜਿਹੜੀ ਹੈ ਉਦਯੋਗਿਕ ਗਤੀਵਿਧੀਆਂ 'ਤੇ ਵੱਧ ਰਹੀ ਜਨਸੰਖਿਆ ਦਾ ਵਾਧਾ ਹੋਇਆ ਦੋਸਤੋ ਦਬਾਅ ਸਾਡੇ ਜਲਵਾਯੂ, ਪਾਣੀ, ਜ਼ਮੀਨ ਅਤੇ ਭੋਜਨ ਪ੍ਰਦੂਸ਼ਿਤ ਅਤੇ ਦੋਸਤੋ ਮਲੀਨ ਹੋ ਗਏ ਹਨ। ਇਹ ਅਤੇ ਦੋਸਤੋ ਮਨੁੱਖੀ ਜਾਤੀ ਦੇ ਮਨੁੱਖੀ ਜਾਤੀ ਦੇ ਦੋਸਤੋ ਨਿਵਾਸ ਸਥਾਨ ਦਾ ਪਤਨ ਪਹਿਲਾਂ ਤੋਂ ਹੀ ਨਾ ਮੁੱਕਣ ਵਾਲੀਆਂ ਮੁਸੀਬਤਾਂ ਅਤੇ ਦੋਸਤੋ ਆਫਤਾਂ ਦਾ ਕਾਰਨ ਹੈ। ਵਿਕਾਸ ਦਾ ਚਾਲੂ ਦੋਸਤੋ ਜਿਹੜਾ ਹੈਗਾ ਵਾ ਮਾਡਲ ਸਿਰਫ ਆਰਥਿਕ ਵਿਧੀ 'ਤੇ ਹੀ ਕੇਂਦਰਿਤ ਹੈ। ਵਿਕਾਸ ਦਾ ਇਹ ਮਾਡਲ ਦੋਸਤੋ ਜਿਹੜਾ ਹੈਗਾ ਅੰਤ ਵਿੱਚ ਵਾਤਾਵਰਣ ਦੇ ਲਈ ਹੀ ਤਬਾਹੀ ਵਾਲਾ ਹੋਵੇਗਾ। ਠੀਕ ਹੈ ਜੀ। ਤਾਂ ਇਸ ਦਾ ਆਨਸਰ ਕੁਝ ਇਸ ਤਰ੍ਹਾਂ ਹੋ ਜਾਏਗਾ। ਅੱਗੇ ਹੈ ਦੋਸਤੋ ਆਪਣਾ ਗਿਵ ਅ ਬਰੀਫ ਇਨਟੂ ਚਿਪਕੂ ਮੂਵਮੈਂਟ, ਯਾਨੀ ਕਿ ਦੋਸਤੋ ਚਿਪਕੂ ਅੰਦੋਲਨ ਬਾਰੇ ਸੰਖੇਪ 'ਚ ਜਾਣਕਾਰੀ ਦਿਓ। ਤਾਂ ਦੇਖਦੇ ਹਾਂ ਇਸ ਦਾ ਆਨਸਰ ਵੀ। ਤਾਂ ਦੇਖੋ ਦੋਸਤੋ ਚਿਪਕੂ ਅੰਦੋਲਨ ਜਿਹੜਾ ਸੀਗਾ, ਚਿਪਕੂ ਮੂਵਮੈਂਟ ਸੀਗਾ, ਇਸ ਅੰਦੋਲਨ ਦੀ ਸ਼ੁਰੂਆਤ ਜਿਹੜਾ ਹੈਗਾ ਦੋਸਤੋ ਅਲਕਨੰਦਾ ਘਾਟੀ, ਠੀਕ ਹੈ ਜੀ, ਗੜਵਾਲ ਵਿਖੇ ਗ੍ਰਾਮੀਣ ਵਾਸੀਆਂ ਦੇ ਸਰਕਾਰ ਦੇ ਵਿਚਾਲੇ ਜਿਹੜਾ ਹੈਗਾ ਸੰਘਰਸ਼ ਕਾਰਨ ਸ਼ੁਰੂ ਹੋਈ। ਇਸ ਸੰਘਰਸ਼ ਦਾ ਕਾਰਨ ਦੋਸਤੋ ਜਿਹੜਾ ਹੈਗਾ ਵਣ ਵਿਭਾਗ ਵੱਲੋਂ ਗ੍ਰਾਮੀਣ ਵਾਸੀਆਂ ਨੂੰ ਦਰਖਤ ਦੀ ਕਟਾਈ ਕਰਨ ਦੀ ਆਗਿਆ ਨਾ ਦੇਣਾ ਅਤੇ ਉਹਨਾਂ ਹੀ ਰੁੱਖਾਂ ਦੀ ਕਟਾਈ ਕਰਨ ਦੀ ਆਗਿਆ ਕਿਸੇ ਵਪਾਰਕ ਅਦਾਰੇ ਨੂੰ ਦੇਣਾ ਸੀ। ਠੀਕ ਹੈ ਜੀ। ਤਾਂ ਵਣ ਵਿਭਾਗ ਵੱਲੋਂ ਜਿਹੜਾ ਹੈਗਾ ਗ੍ਰਾਮੀਣ ਲੋਕਾਂ ਨੂੰ ਆਗਿਆ ਨਾ ਦੇਣ 'ਤੇ ਜਿਹੜੀ ਹੈਗੀ ਆ ਦੋਸਤੋ ਚੰਡੀ ਪ੍ਰਸਾਦ ਭੱਟ ਨੇ, ਜਿਹੜਾ ਕਿ ਦੋਸਤੋ ਸਿਰ ਕੱਢ ਸਰਗਰਮ ਵਰਕਰ, ਐਕਟਿਵ ਵਰਕਰ ਸੀ। ਠੀਕ ਹੈ ਜੀ। ਤਾਂ ਉਸਨੇ ਰੁੱਖਾਂ ਦੀ ਕਟਾਈ ਕੀਤੇ ਜਾਣ ਤੋਂ ਰੋਕਣ ਲਈ ਲੋਕਾਂ ਨੂੰ ਰੁੱਖਾਂ ਨੂੰ ਜਿਹੜਾ ਹੈਗਾ ਜੱਫੀ ਪਾਉਣ ਲਈ ਆਖਿਆ। ਸੰਨ 1974 ਵਿੱਚ ਰਾਮੀ ਪਿੰਡ ਵਿੱਚ ਜਿਹੜਾ ਹੈਗਾ ਰੁੱਖ ਕੱਢਣ ਦੀ ਕੋਸ਼ਿਸ਼ ਕਰਦੇ ਠੇਕੇਦਾਰਾਂ ਨੇ ਪਿੰਡ ਦੀ ਔਰਤਾਂ ਦੇ ਨਾਕਾਮ ਕਰ ਦਿੱਤਾ। ਠੀਕ ਹੈ ਜੀ। ਪਿੰਡ ਦੀਆਂ ਔਰਤਾਂ ਨੇ ਨਾਕਾਮ ਕਰ ਦਿੱਤਾ ਕਿਉਂਕਿ ਉਸ ਵਕਤ ਪਿੰਡ ਦੇ ਜਿਹੜੇ ਹੈਗੇ ਮਰਦ ਬਾਹਰ ਗਏ ਹੋਏ ਸਨ ਜਾਂ ਫਿਰ ਉਹ ਕੰਮ ਕਾਜ ਵਿੱਚ ਰੁੱਝੇ ਹੋਏ ਸਨ। ਠੀਕ ਹੈ ਜੀ। ਤਾਂ ਆਹ ਤੁਹਾਡਾ ਹੋ ਗਿਆ ਚਿਪਕੋ ਅੰਦੋਲਨ ਦਾ। ਅੱਗੇ ਦੋਸਤੋ ਟਿਕਾਊ ਵਿਕਾਸ ਲਈ ਕੁਝ ਢੁਕਵੀਆਂ ਤਕਨੀਕਾਂ ਦਾ ਜਿਹੜਾ ਹੈਗਾ ਵਰਣਨ ਕਰੋ। ਠੀਕ ਹੈ ਜੀ। ਤਾਂ ਆਹੀ ਹੈ ਦੋਸਤੋ ਆਪਣਾ ਕਾਇਮ ਰਹਿਣ ਯੋਗ ਜਾਂ ਫਿਰ ਟਿਕਾਊ ਵਿਕਾਸ ਲਈ ਕੁਝ ਉਚਿਤ ਤਕਨੀਕਾਂ ਦਾ ਵਰਣਨ ਇਸ ਤਰ੍ਹਾਂ ਵਾ। ਦੇਖੋ ਦੋਸਤੋ ਸਭ ਤੋਂ ਪਹਿਲਾਂ ਹੈਗਾ ਵਾ ਕਿ ਊਰਜਾ, ਯਾਨੀ ਕਿ ਐਨਰਜੀ। ਠੀਕ ਹੈ ਜੀ। ਤਾਂ ਸੋਲਰ ਸੈੱਲਾਂ ਅਰਥਾਤ ਦੋਸਤੋ ਸੋਲਰ ਸੈੱਲਾਂ ਜਿਹੜੇ ਕਿ ਦੋਸਤੋ ਆਰੰਭ ਵਿੱਚ ਮਹਿੰਗੇ ਜ਼ਰੂਰ ਹਨ ਪਰ ਇਹ ਆਮ ਹਨ। ਠੀਕ ਹੈ ਜੀ। ਵਾਯੂ ਸ਼ਕਤੀ ਜਾਂ ਫਿਰ ਦੋਸਤੋ ਮਾਈਕਰੋ ਹਾਈਡਰੋ ਪ੍ਰੋਜੈਕਟ ਬੈਟਰੀਆਂ ਵਿੱਚ ਜਿਹੜਾ ਹੈਗਾ ਜਮ੍ਹਾਂ ਕੀਤੀ ਹੋਈ ਊਰਜਾ ਤੋਂ ਵਰਤੇ ਊਰਜਾ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਠੀਕ ਹੈ ਜੀ। ਬਾਇਓ ਅਤੇ ਦੋਸਤੋ ਆਪਣਾ ਬਾਇਓ ਬਿਊਟੇਨਲ, ਠੀਕ ਹੈ ਜੀ, ਆਪਣਾ ਬਾਇਓ ਡੀਜ਼ਲ ਅਤੇ ਬਨਸਪਤੀ ਤੇਲ ਜਿਹੜਾ ਹੈਗਾ ਵਿਸ਼ੇਸ਼ ਕਰਕੇ ਉਹਨਾਂ ਖੇਤਰਾਂ ਵਿੱਚ ਜਿੱਥੇ ਦੋਸਤੋ ਬਨਸਪਤੀ ਤੇਲ ਆਸਾਨੀ ਨਾਲ ਉਪਲਬਧ ਹੋਣ ਦੇ ਨਾਲ ਦੋਸਤੋ ਸਸਤਾ ਵੀ ਹੈ। ਠੀਕ ਹੈ ਜੀ। ਅਤੇ ਉਹਨਾਂ ਦੀ ਵਰਤੋਂ ਦੋਸਤੋ ਪ੍ਰਥਾਟ ਇੰਧਨਾਂ ਦੀ ਥਾਂ ਦੋਸਤੋ ਆਸਾਨੀ ਨਾਲ ਕੀਤੀ ਜਾ ਸਕਦੀ ਹੈ। ਠੀਕ ਹੈ। ਬਾਇਓ ਡੀਜ਼ਲ ਨਾਲ ਚੱਲਣ ਵਾਲਾ ਡੀਜ਼ਲ ਜਨਰੇਟਰ ਦੋਸਤੋ ਵਧੇਰੇ ਨਿਪੁੰਨਤਾ ਵਾਲਾ ਹੋ ਸਕਦਾ ਹੈ। ਜੇਕਰ ਇਸ ਨੂੰ ਬੈਟਰੀਆਂ ਅਤੇ ਦੋਸਤੋ ਇਨਵਰਟਰ ਨਾਲ ਜੋੜ ਦਿੱਤਾ ਜਾਵੇ ਤਾਂ ਅਜਿਹਾ ਕਰਨ ਦੇ ਨਾਲ ਦੋਸਤੋ ਨਾ ਕੇਵਲ ਖਰਚਾ ਹੀ ਘੱਟਦਾ ਹੈ ਸਗੋਂ ਇਸ ਨਾਲ ਦੋਸਤੋ ਚਾਲੂ ਖਰਚਾ ਯਾਨੀ ਕਿ ਰਨਿੰਗ ਕੋਸਟ ਵੀ ਘੱਟ ਹੁੰਦਾ ਹੈ। ਠੀਕ ਹੈ। ਇਸ ਤਰ੍ਹਾਂ ਇਹ ਦੋਸਤੋ ਜਿਹੜਾ ਹੈਗਾ ਵਾ ਆਪਣਾ ਕੀ ਹੈ ਤਾਂ ਇਹ ਦੋਸਤੋ ਜੁਗਤ ਸੌਰ ਵਾਯੂ ਅਤੇ ਮਾਈਕਰੋ ਹਾਈਡਲ ਦੇ ਦੋਸਤੋ ਵਿਕਲਪ ਵਜੋਂ ਸਸਤੀ ਸਾਬਤ ਹੁੰਦੀ ਹੈ। ਊਰਜਾ ਦੇ ਦੋਸਤੋ ਜਿਹੜੇ ਹੈਗੇ ਆ ਊਰਜਾ ਦੀ ਪ੍ਰਾਪਤੀ ਦੇ ਵਾਸਤੇ ਦੋਸਤੋ ਬਾਇਓਗੈਸ ਵੀ ਇੱਕ ਸੰਭਾਵੀ ਸਰੋਤ ਹੈ ਪਰ ਉਹਨਾਂ ਥਾਵਾਂ 'ਤੇ ਦੋਸਤੋ ਉਹ ਸੰਭਵ ਹੋ ਸਕਦਾ ਹੈ ਜਿੱਥੇ ਦੋਸਤੋ ਕਾਰਬਨੀ ਫੋਟਕ ਪਦਾਰਥਾਂ ਅਤੇ ਰਹਿੰਦ ਖੂੰਹਦ ਬਹੁਤ ਹੀ ਜ਼ਿਆਦਾ ਮਾਤਰਾ ਵਿੱਚ ਉਪਲਬਧ ਹੋਣ। ਠੀਕ ਹੈ ਜੀ। ਅੱਗੇ ਦੋਸਤੋ ਰੋਸ਼ਨਿੰਗ ਜਾਂ ਫਿਰ ਲਾਈਟਿੰਗ ਦਾ ਦੇਖੋ ਦੋਸਤੋ ਰੋਸ਼ਨਿੰਗ ਦੇ ਜਿਹੜੇ ਹੈਗੇ ਆ ਨਵਿਆਉਣਯੋਗ ਸਰੋਤਾਂ ਜਿਵੇਂ ਕਿ ਦੋਸਤੋ ਠੋਸ ਪ੍ਰਤੀ ਦੀਪਤ ਲੈਂਪਾਂ ਦੀ ਥਾਂ ਦੋਸਤੋ ਦੂਰ ਦਰਾਜ ਵਾਲੇ ਦੋਸਤੋ ਇਲਾਕਿਆਂ ਵਿੱਚ ਮਿੱਟੀ ਦੇ ਤੇਲ ਨਾਲ ਬਣਨ ਵਾਲੇ ਲੈਂਪਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਅੱਗੇ ਦੋਸਤੋ ਵਾਯੂ ਸੰਚਾਰ ਅਤੇ ਵਾਯੂ ਅਨੁਕੂਲਨ ਤਾਂ ਦੇਖੋ ਦੋਸਤੋ ਮਕਾਨਾਂ ਦੀਆਂ ਛੱਤਾਂ ਵਿੱਚ ਮਗਵੇਰੇ ਯਾਨੀ ਕਿ ਵੀਨਸ ਬਣਾ ਕੇ ਵਾਯੂ ਸੰਚਾਰਨ ਦੀ ਕੁਦਰਤੀ ਵਿਧੀ ਅਪਣਾਈ ਜਾ ਸਕਦੀ ਹੈ। ਅਜਿਹਾ ਕਰਨ ਦੇ ਨਾਲ ਦੋਸਤੋ ਜਿਹੜਾ ਹੈਗਾ ਵਾ ਆਪਣਾ ਸਵੈਹਿਨ ਜਿਹੜਾ ਹੈਗਾ ਦੁਆਰਾ ਦੋਸਤੋ ਗਰਮ ਹਵਾ ਮੁਗੇਰੀਆ
ਰਾਹੀਂ ਜਿਹੜਾ ਹੈਗਾ ਬਾਹਰ ਨਿਕਲ ਜਾਵੇਗੀ। ਇਸ ਦੀ ਥਾਂ ਦੋਸਤੋ ਜਿਹੜਾ ਹੈਗਾ ਵਾ ਇਸ ਦੀ ਥਾਂ ਲੈਣ ਲਈ ਹੇਠਲੇ ਹਿੱਸੇ ਵਿੱਚ ਦੋਸਤੋ ਤਾਜ਼ੀ ਜਿਹੜੀ ਹੈਗੀ ਹਵਾ ਪ੍ਰਵੇਸ਼ ਕਰ ਜਾਵੇਗੀ ਅਤੇ ਸੌਰ ਚਿਮਨੀ ਜਿਸ ਨੂੰ ਦੋਸਤੋ ਆਮ ਤੌਰ 'ਤੇ ਜਿਹੜਾ ਹੈਗਾ ਵਾ ਤਾਪ ਚਿਮਨੀ ਜਾਂ ਫਿਰ ਥਰਮਲ ਚਿਮਨੀ ਆਖਿਆ ਜਾਂਦਾ ਹੈ। ਠੀਕ ਹੈ ਜੀ। ਤਾਂ ਉਸ ਦੀ ਵਰਤੋਂ ਕੁਦਰਤੀ ਵਾਯੂ ਸੰਚਾਰ ਵਿੱਚ ਸ਼ੋਧ ਕਰਦੀ ਹੈ। ਇਹ ਚਿਮਨੀ ਦੋਸਤੋ ਨਿਸ਼ਕਰਮ ਸੌਰ ਊਰਜਾ ਦੁਆਰਾ ਜਿਹੜੀ ਹੈਗੀ ਗਰਮ ਕੀਤੀ ਗਈ ਹਵਾ ਦਾ ਫਿਰ ਦੋਸਤੋ ਜਿਹੜਾ ਹੈਗਾ ਸਮਈ ਵਿਧੀ ਦੁਆਰਾ ਜਿਹੜਾ ਹੈਗਾ ਵਾ ਵਾਯੂ ਸੰਚਾਲਕ ਕਰਦੀ ਹੈ। ਠੀਕ ਹੈ। ਅਤੇ ਆਪਣਾ ਦੋਸਤੋ ਕੂਲਿੰਗ ਨੂੰ ਦੋਸਤੋ ਨਿਊਨਤਮ ਪੱਧਰ 'ਤੇ ਰੱਖਣ ਦੇ ਮੰਤਵ ਨਾਲ ਕਮਰਿਆਂ ਅੰਦਰ ਦੋਸਤੋ ਪ੍ਰਵੇਸ਼ ਕਰਨ ਤੋਂ ਪਹਿਲਾਂ ਹਵਾ ਨੂੰ ਦੋਸਤੋ ਜਿਹੜਾ ਹੈਗਾ ਵਾ ਜ਼ਮੀਨੋ ਦਰਜ ਨਾਲ ਜਿਹੜਾ ਹੈਗਾ ਵਿੱਚੋਂ ਗੁਜ਼ਾਰਿਆ ਜਾਂਦਾ ਹੈ। ਠੀਕ ਹੈ ਜੀ। ਅਤੇ ਅੱਗੇ ਹੈ ਦੋਸਤੋ ਆਪਣਾ ਇਸ ਦੇ ਨਾਲ ਹੀ ਆ ਦੋਸਤੋ ਅੱਗੇ ਕੀ ਹੈ ਇਹਦੇ ਨਾਲ ਕਿ ਭੋਜਨ ਦੀ ਤਿਆਰੀ ਯਾਨੀ ਕਿ ਦੋਸਤੋ ਭੋਜਨ ਦੀ ਤਿਆਰੀ ਅਤੇ ਪਕਾਉਣਾ। ਤਾਂ ਦੇਖੋ ਦੋਸਤੋ ਪੱਛਮੀ ਦੇਸ਼ਾਂ ਵਿੱਚ ਭੋਜਨ ਦੇ ਪ੍ਰੋਸੈਸਿੰਗ ਤਕਨੀਕਾਂ ਨਾਲੋਂ ਜੇਕਰ ਭੋਜਨ ਤਿਆਰ ਕਰਨ ਅਤੇ ਦੋਸਤੋ ਪਕਾਉਣ ਦੀ ਪਰੰਪਰਾਗਤ ਤਕਨੀਕ ਦੀ ਬਜਾਏ ਦੋਸਤੋ ਜੇਕਰ ਆਧੁਨਿਕ ਤਕਨੀਕ ਦੀ ਵਰਤੋਂ ਕੀਤੀ ਜਾਵੇ ਤਾਂ ਅਜਿਹਾ ਕਰਨ ਦੇ ਨਾਲ ਦੋਸਤੋ ਖਰਚਾ ਵੀ ਘੱਟ ਹੋਵੇਗਾ ਅਤੇ ਮਿਹਨਤ ਵੀ ਘੱਟ ਲੱਗੇਗੀ। ਧੂੰਆਂ ਰਹਿਤ ਚੁੱਲ੍ਹਿਆਂ ਦੀ ਵਰਤੋਂ ਕਰਨ ਨਾਲ ਦੋਸਤੋ ਨਾ ਤਾਂ ਕੇਵਲ ਹੀ ਬਾਲਣ ਦੀ ਵਰਤੋਂ ਜਿਹੜੀ ਹੈਗੀ ਆ ਘੱਟ ਜਾਵੇਗੀ, ਸਗੋਂ ਦੋਸਤੋ ਜਿਹੜਾ ਹੈਗਾ ਧੂੰਆਂ ਵੀ ਪੈਦਾ ਨਹੀਂ ਹੋਵੇਗਾ, ਜਿਸ ਦੇ ਫਲਸਰੂਪ ਸਮੇਂ ਅਤੇ ਮਿਹਨਤ ਦੀ ਬਚਤ ਹੋਵੇਗੀ। ਵਣ ਕਟਾਈ ਅਤੇ ਦੋਸਤੋ ਜਿਹੜੀ ਹੈਗੀ ਆ ਵਣ ਕਟਾਈ 'ਤੇ ਰੋਕ ਲੱਗੇਗੀ। ਸਿਹਤ ਵਾਸਤੇ ਦੋਸਤੋ ਕਾਫੀ ਫਾਇਦਾ ਹੋਵੇਗਾ। ਅੱਗੇ ਦੋਸਤੋ ਫਿਊਲ ਤਾਂ ਦੋਸਤੋ ਇਥਨੋਲ ਮਿਸ਼ਰਿਤ ਪੈਟਰੋਲਾਂ ਨਿਪੀੜਿਤ ਕੁਦਰਤੀ ਗੈਸ CNG ਆਪਣਾ ਹੈਗਾ ਦੋਸਤੋ ਜੈਟਾਟ੍ਰੋਫ ਮੱਕੀ ਕਣਕ ਅਤੇ ਚੁਕੰਦਰ ਤੋਂ ਤਿਆਰ ਕੀਤੀਆਂ ਜਾਂਦੀਆਂ ਬਾਇਓਡੀਜ਼ਲ ਬਿਜਲੀ ਅਤੇ ਹਾਈਡਰੋਜਨ ਦੀ ਵਰਤੋਂ ਕਰਨ ਦੇ ਨਾਲ ਦੋਸਤੋ ਕੇਵਲ ਜਿਹੜੀ ਹੈਗੀ ਦੋਸਤੋ ਤੇਲ ਦੀ ਬਚਤ ਹੀ ਹੋਵੇਗੀ, ਸਗੋਂ ਪ੍ਰਦੂਸ਼ਣ ਵੀ ਘੱਟ ਫੈਲੇਗਾ। ਅੱਗੇ ਦੋਸਤੋ ਆਪਣਾ ਰੈਫਰੀਜਰੇਸ਼ਨ। ਠੀਕ ਹੈ ਜੀ। ਰੈਫਰੀਜਰੇਸ਼ਨ ਤਾਂ ਦੇਖੋ ਕੀ ਹੈ ਦੋਸਤੋ ਆਪਣਾ ਸੀਤ ਕਰਨ ਦੀ ਪਾਤਰ ਵਿੱਚ ਜਿਹੜਾ ਹੈਗਾ ਠੀਕ ਹੈ ਜੀ ਦੀ ਤਕਨੀਕ ਅਫਰੀਕੀ ਕਾਰਡ ਯਾਨੀ ਕਿ ਅਫਰੀਕਨ ਇਨਵੈਸ਼ਨ ਹੈ। ਠੀਕ ਹੈ ਜੀ। ਇਨਵੈਂਸ਼ਨ ਹੈ। ਸ਼ਕਤੀਕਰਨ ਦੀ ਦੋਸਤੋ ਇਸ ਵਿਧੀ ਬਿਜਲੀ ਦੀ ਵਰਤੋਂ ਦੋਸਤੋ ਜਿਹੜੀ ਹੈਗੀ ਕਰਨ ਦੀ ਲੋੜ ਨਹੀਂ ਪੈਂਦੀ। ਇਸ ਵਿਧੀ ਦੀ ਵਰਤੋਂ ਕਰਨ ਦੇ ਨਾਲ ਦੋਸਤੋ ਜਿਹੜੀ ਹੈਗੀ ਆਪਣੀ ਭੋਜਨ ਅਤੇ ਦੂਸਰੇ ਖਾਦਾਂ ਪਦਾਰਥਾਂ ਨੂੰ ਦੂਸਰੇ ਤਰੀਕਿਆਂ ਅਤੇ ਮੁਕਾਬਲੇ ਕਾਫੀ ਦੋਸਤੋ ਸਮੇਂ ਤੱਕ ਤਾਜ਼ਾ ਰੱਖਿਆ ਜਾ ਸਕਦਾ ਹੈ। ਕਲੋਰੋਫੁਲ ਕਾਰਬਨ ਰਹਿਤ ਦੋਸਤੋ ਫਰਿੱਜਾਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਅੱਗੇ ਦੋਸਤੋ ਪਾਣੀ ਦੀ ਸਪਲਾਈ ਵਾਟਰ ਸਪਲਾਈ। ਤਾਂ ਪਾਣੀ ਦੀ ਜਿਹੜੀ ਹੈਗੀ ਥੜ੍ਹ ਵਾਲੇ ਇਲਾਕਿਆਂ ਦੇ ਵਿੱਚ ਬਰਸਾਤੀ ਪਾਣੀ ਦੀ ਸਾਂਭ ਸੰਭਾਲ ਦੇ ਵਾਸਤੇ ਦੋਸਤੋ ਵਿਸ਼ੇਸ਼ ਪ੍ਰਕਾਰ ਤਰੀਕੇ ਅਪਣਾ ਕੇ ਜ਼ਿਆਦਾ ਧੁੰਦ ਵਾਲੇ ਇਲਾਕਿਆਂ ਵਿੱਚ ਧੁੰਦ ਵਿਚਲੇ ਪਾਣੀ ਨੂੰ ਇਕੱਤਰ ਕਰਕੇ ਬੜੀ ਜਿਹੜੀ ਹੈਗੀ ਹੈ ਦੋਸਤੋ ਥੂੜ ਵਾਲੇ ਇਲਾਕਿਆਂ ਵਿੱਚ ਪਾਣੀ ਦੀ ਸਪਲਾਈ ਨੂੰ ਸੁਧਾਰਿਆ ਜਾ ਸਕਦਾ ਹੈ। ਵਿਕਾਸਸ਼ੀਲ ਦੇਸ਼ਾਂ ਵਿੱਚ ਜਿਹੜਾ ਹੈਗਾ ਮਸ਼ੀਨਾਂ ਨਾਲ ਚੱਲਣ ਵਾਲੇ ਪੰਪ ਦੀ ਥਾਂ ਦੋਸਤੋ ਹੈਂਡ ਪੰਪ ਅਤੇ ਦੋਸਤੋ ਪੈਰਾਂ ਨਾਲ ਚਲਾਏ ਜਾਣ ਵਾਲੇ ਪੰਪਾਂ ਦੀ ਯਾਨੀ ਕਿ ਦੋਸਤੋ ਟ੍ਰਾਈਡਲ ਪੰਪਸ ਦੀ ਵਰਤੋਂ ਕਰਨ ਦੇ ਨਾਲ ਜਿਹੜਾ ਹੈਗਾ ਪਾਣੀ ਦੇ ਸਤਹੀ ਜਲ ਸਰੋਤਾਂ ਦੇ ਮੁਕਾਬਲੇ ਦੋਸਤੋ ਸਾਫ਼ ਪਾਣੀ ਪ੍ਰਾਪਤ ਕੀਤਾ ਜਾ ਸਕਦਾ ਹੈ। ਠੀਕ ਹੈ ਜੀ। ਅਤੇ ਦੋਸਤੋ ਇਸ ਤੋਂ ਬਾਅਦ ਅਗਲਾ ਦੇਖ ਲੈਂਦੇ ਹਾਂ ਅਗਲਾ ਕੀ ਹੈ। ਹਾਂਜੀ ਤਾਂ ਹੁਣ ਇਹ ਹੋ ਗਿਆ ਆਪਣਾ। ਠੀਕ ਹੈ ਜੀ। ਪੂਰਾ ਇੱਥੇ ਤੱਕ ਹੀ ਸੀਗਾ ਇਹ। ਹੁਣ ਇਸ ਤੋਂ ਬਾਅਦ ਅਗਲਾ ਵਾ। ਠੀਕ ਹੈ ਜੀ। ਅਗਲਾ ਦੇਖਦੇ ਹਾਂ ਅਗਲਾ ਪ੍ਰਸ਼ਨ ਕੀ ਆ। ਹਾਂਜੀ ਤਾਂ ਦੋਸਤੋ ਇਹ ਹੋ ਗਿਆ ਸੀਗਾ। ਹੁਣ 9ਵਾਂ ਪ੍ਰਸ਼ਨ ਹੈ ਦੋਸਤੋ ਕਿ ਮਿੱਟੀ ਕਿਵੇਂ ਪ੍ਰਦੂਸ਼ਿਤ ਹੁੰਦੀ ਹੈ, ਮਿੱਟੀ ਨੂੰ ਕਿਵੇਂ ਸੁਰੱਖਿਅਤ ਕੀਤਾ ਜਾ ਸਕਦਾ ਹੈ। ਤਾਂ ਦੋਸਤੋ ਸਭ ਤੋਂ ਪਹਿਲਾਂ ਦੇਖ ਲਓ ਮਿੱਟੀ ਹੁੰਦੀ ਕੀ ਆ। ਤਾਂ ਦੋਸਤੋ ਧਰਤੀ ਦੀ ਸਭ ਤੋਂ ਉੱਪਰਲੀ ਪਰਤ ਪੇਪੜੀ ਕਰਸਟ ਦੇ ਖੁਰਨ ਦੇ ਕਾਰਨ ਪੈਦਾ ਹੋਣ ਵਾਲੀ ਸਭ ਤੋਂ ਉੱਪਰਲੀ ਪਰਤ ਨੂੰ ਦੋਸਤੋ ਭੋਂ ਜਾਂ ਫਿਰ ਮਿੱਟੀ ਆਖਦੇ ਹਨ। ਠੀਕ ਹੈ ਜੀ। ਤਾਂ ਦੋਸਤੋ ਮਿੱਟੀ ਪ੍ਰਦੂਸ਼ਣ ਦੇ 2 ਪ੍ਰਭਾਵ ਬਾਰੇ ਲਿਖੋ। ਤਾਂ ਦੇਖੋ ਦੋਸਤੋ ਮਿੱਟੀ ਵਿੱਚ ਜਿਹੜਾ ਹੈਗਾ ਮੌਜੂਦ ਜੀਵਾਂ ਦੀ ਹਾਨੀ। ਠੀਕ ਹੈ ਜੀ। ਜਲ ਮਲ ਦੀ ਮੌਜੂਦਗੀ ਕਾਰਨ ਦੋਸਤੋ ਮਨੁੱਖਾਂ ਨੂੰ ਕਈ ਰੋਗ ਲੱਗ ਜਾਂਦੇ ਹਨ। ਠੀਕ ਹੈ ਜੀ। ਅਗਰ ਮਿੱਟੀ ਪ੍ਰਦੂਸ਼ਣ ਹੋਊਗੀ ਤਾਂ ਕੀ ਹੋਊਗਾ। ਠੀਕ ਹੈ ਜੀ। ਤਾਂ ਦੇਖੋ ਜੀਵ ਨਾਸ਼ਕਾਂ ਅਤੇ ਦੋਸਤੋ ਨਦੀਨਾਂ ਨਾਸ਼ਕਾਂ ਦਾ ਦੋਸਤੋ ਅਧਿਕ ਵਰਤੋਂ ਦੇ ਕਾਰਨ ਦੋਸਤੋ ਜਿਹੜਾ ਹੈਗਾ ਮਿੱਟੀ ਉਪਜਾਊ ਸ਼ਕਤੀ ਘੱਟ ਜਾਏਗੀ। ਠੀਕ ਹੈ ਜੀ। ਮਿੱਟੀ ਦੇ ਜਿਹੜੇ ਹੈਗੇ ਆ ਦੂਸ਼ਿਤ ਹੋਣ ਨਾਲ ਪੌਦਿਆਂ ਅਤੇ ਫਸਲਾਂ ਨੂੰ ਰੋਗ ਲੱਗ ਸਕਦਾ ਹੈ। ਅਤੇ ਦੋਸਤੋ ਆਪਣਾ ਪ੍ਰੋਪਰ ਕੁਐਸਚਨ ਇਹੀ ਆ ਕਿ ਮਿੱਟੀ ਦੇ ਪ੍ਰਦੂਸ਼ਣ ਦੇ ਕਾਰਨ ਅਤੇ ਮਿੱਟੀ ਨੂੰ ਜਿਹੜਾ ਹੈਗਾ ਬਚਾਉਣ ਦੇ ਤਰੀਕੇ ਹੇਠ ਦਿੱਤੇ ਗਏ ਹਨ। ਤਾਂ ਦੇਖੋ ਦੋਸਤੋ ਮਿੱਟੀ ਦੇ ਪ੍ਰਦੂਸ਼ਣ ਦੇ ਕਾਰਨ ਇਹੀ ਹੈ ਸਭ ਤੋਂ ਪਹਿਲਾਂ ਕਿ ਉਹ ਪ੍ਰਦੂਸ਼ਣ ਜਿਸ ਵਿੱਚ ਮਿੱਟੀ ਜ਼ਿਆਦਾ ਮਾਤਰਾ ਵਿੱਚ ਦੂਸ਼ਿਤ ਹੋ ਜਾਂਦੀ ਹੈ। ਜ਼ਹਿਰੀਲੇ ਪਦਾਰਥ ਮਿੱਟੀ ਦੇ ਪ੍ਰਦੂਸ਼ਣ ਦੇ ਕੁਝ ਜਿਹੜੇ ਹੈਗੇ ਕਾਰਨ ਹੇਠ ਦਿੱਤੇ ਗਏ ਹਨ। ਤਾਂ ਦੇਖੋ ਦੋਸਤੋ ਸਭ ਤੋਂ ਪਹਿਲਾਂ ਕਿ ਵੱਖ-ਵੱਖ ਫਸਲਾਂ ਅਤੇ ਹੋਰ ਬਨਸਪਤੀ ਉਗਾਉਂਦੇ ਸਮੇਂ ਦੋਸਤੋ ਇਹਨਾਂ ਦੀ ਬਹੁਤ ਹੀ ਜ਼ਿਆਦਾ ਵਰਤੋਂ ਅਤੇ ਕੀਟਨਾਸ਼ਕਾਂ ਨਾਲ ਪ੍ਰਦੂਸ਼ਣ ਹੁੰਦਾ ਹੈ। ਉਦਯੋਗ ਅਤੇ ਫੈਕਟਰੀਆਂ ਦੇ
ਠੋਸ ਰਹਿੰਦ ਖੂੰਹਦ ਜਾਂ ਫਿਰ ਜਿਹੜੇ ਉਹਨਾਂ ਦੇ ਕੂੜਾ ਕਰਕਟ ਹੁੰਦਾ ਜਾਂ ਸੋਲਿਡ ਵੇਸਟ ਹੁੰਦਾ, ਠੀਕ ਹੈ ਜੀ, ਉਹਨਾਂ ਦਾ ਨਿਪਟਾਰਾ ਅਕਸਰ ਨਹੀਂ ਕੀਤਾ ਜਾਂਦਾ ਹੈ ਸਹੀ ਢੰਗ ਨਾਲ। ਅਤੇ ਇਸੇ ਤਰ੍ਹਾਂ ਦੋਸਤੋ ਇਹ ਮਿੱਟੀ ਪ੍ਰਦੂਸ਼ਣ ਵੱਲ ਜਿਹੜਾ ਹੈਗਾ ਖੜਦਾ ਹੈ, ਠੀਕ ਹੈ ਜੀ। ਘਰੇਲੂ ਕੰਮਾਂ ਤੋਂ ਜਿਹੜਾ ਹੈਗਾ ਨਿਕਲਣ ਵਾਲਾ ਕੂੜਾ ਕਰਕਟ ਅਤੇ ਹੋਰ ਰਹਿੰਦ ਖੂੰਹਦ ਦਾ ਦੋਸਤੋ ਨਿਪਟਾਰਾ ਸਹੀ ਢੰਗ ਨਾਲ ਨਹੀਂ ਕੀਤਾ ਜਾਂਦਾ ਹੈ। ਕੂੜੇ ਦੇ ਨਿਪਟਾਰੇ ਲਈ ਦੋਸਤੋ ਸਹੀ ਪ੍ਰਣਾਲੀ ਦੀ ਘਾਟ ਮਿੱਟੀ ਪ੍ਰਦੂਸ਼ਣ ਹੋ ਸਕਦੀ ਹੈ। ਅੱਗੇ ਦੋਸਤੋ ਮਿੱਟੀ ਨੂੰ ਬਚਾਉਣ ਦੇ ਤਰੀਕੇ ਤਾਂ ਦੇਖੋ ਦੋਸਤੋ, ਮਿੱਟੀ ਨੂੰ ਬਚਾਉਣ ਲਈ ਜੰਗਲਾਤ ਇੱਕ ਬਹੁਤ ਵਧੀਆ ਤਰੀਕਾ ਹੈ। ਇਹ ਵੱਡਾ ਬੀਜ ਜਿਹੜਾ ਹੈਗਾ ਰਿਹਾ ਹੈ ਵੱਡੇ ਖੇਤਰਾਂ ਦੀ ਰੁੱਖਾਂ ਦੀ ਗਿਣਤੀ ਦੇ ਵਿੱਚ, ਠੀਕ ਹੈ ਜੀ। ਤਾਂ ਦੇਖੋ ਦੋਸਤੋ ਅੱਗੇ ਹੈ ਆਪਣਾ ਜ਼ਿਆਦਾ ਚਰਾਉਣ ਤੋਂ ਸਖਤੀ ਨਾਲ ਪਰਹੇਜ਼ ਕਰਨਾ, ਠੀਕ ਹੈ ਜੀ। ਜ਼ਿਆਦਾ ਚਰਾਉਣ ਤੋਂ ਸਖਤੀ ਨਾਲ ਜਿਹੜਾ ਹੈਗਾ ਵਾ ਪਰਹੇਜ਼ ਕਰਨਾ ਚਾਹੀਦਾ ਹੈ। ਮਿੱਟੀ ਦੇ ਕਟਾਵ ਨੂੰ ਰੋਕਣ ਦੇ ਤਰੀਕੇ ਲਾਗੂ ਕੀਤੇ ਜਾਣੇ ਚਾਹੀਦੇ ਹਨ। ਉਦਾਹਰਨ ਲਈ ਦੋਸਤੋ ਨਦੀਆਂ ਪਾਰ ਡੈਮ ਬਣਾਉਣ ਨਾਲ ਮਿੱਟੀ ਨੂੰ ਕਟੌਤੀ ਤੋਂ ਬਚਾਇਆ ਜਾ ਸਕਦਾ ਹੈ। ਅੱਗੇ ਦੋਸਤੋ ਖੇਤੀ ਤਰੀਕਿਆਂ ਦੇ ਜਿਹੜੇ ਹੈਗੇ ਵੱਖਰੇ ਦੋਸਤੋ ਅਭਿਆਸਾਂ, ਜਿਵੇਂ ਕਿ ਫਸਲਾਂ ਦੀ ਰੋਟੇਸ਼ਨ, ਸਟ੍ਰਿਪ ਕ੍ਰੌਪਿੰਗ ਅਤੇ ਕੰਟੋਰ ਹਲ ਦਾ ਅਭਿਆਸ ਕੀਤਾ ਜਾਣਾ ਚਾਹੀਦਾ ਹੈ, ਠੀਕ ਹੈ ਜੀ। ਤਾਂ ਇਹ ਇਸ ਦਾ ਆਨਸਰ ਹੋ ਗਿਆ। ਅੱਗੇ ਦੋਸਤੋ ਆਪਣਾ ਲਾਸਟ ਪ੍ਰਸ਼ਨ ਆ ਕਿ ਧਰਤੀ 'ਤੇ ਸਰੋਤਾਂ 'ਤੇ ਜਿਹੜੀ ਕਿ ਵੱਧਦੀ ਆਬਾਦੀ ਦੇ ਪ੍ਰਭਾਵ ਲਿਖੋ, ਯਾਨੀ ਕਿ ਦੋਸਤੋ ਵੱਧਦੀ ਆਬਾਦੀ ਦੇ ਆਪਾਂ ਜਿਹੜਾ ਹੈਗਾ ਪ੍ਰਭਾਵ ਲਿਖਣੇ ਹਨ, ਠੀਕ ਹੈ ਜੀ। ਤਾਂ ਦੇਖੋ ਦੋਸਤੋ ਮਨੁੱਖੀ ਜਾਤੀ ਦੀ ਜਿਹੜੀ ਹੈਗੀ ਵੱਧਦੀ ਹੋਈ ਆਬਾਦੀ ਦੇ ਪ੍ਰਭਾਵ 'ਤੇ ਜਿਹੜਾ ਹੈਗਾ ਚਰਚਾ ਕਰੋ। ਤਾਂ ਦੇਖੋ ਦੋਸਤੋ ਵੱਧਦੀ ਹੋਈ ਆਬਾਦੀ ਦੇ ਕਾਰਨ ਕਿਸੇ ਵੀ ਦੇਸ਼ ਦੀਆਂ ਆਰਥਿਕ ਅਤੇ ਸਮਾਜਿਕ ਕਠਿਨਾਈਆਂ ਪੈਦਾ ਹੋ ਜਾਂਦੀਆਂ ਹਨ। ਵੱਧਦੀ ਹੋਈ ਜਨਸੰਖਿਆ ਦੇ ਮੁੜ ਪ੍ਰਭਾਵ ਸਿਰਫ ਦੋਸਤੋ ਕਿਸੇ ਦੇਸ਼ ਉੱਪਰ ਹੀ ਜਿਹੜੇ ਹੈਗੇ ਆ ਕਿਸੇ ਦੇਸ਼ ਉੱਪਰ ਹੀ ਪੈਂਦੇ ਆ, ਸਗੋਂ ਦੋਸਤੋ ਘਰੇਲੂ ਸਮੱਸਿਆਵਾਂ ਦੀ ਵੀ ਉਤਪੰਨ ਹੋ ਜਾਂਦੀਆਂ ਹਨ। ਵੱਧਦੀ ਹੋਈ ਆਬਾਦੀ ਦੋਸਤੋ ਦੇ ਕਾਰਨ ਹਰ ਪ੍ਰਕਾਰ ਦੇ ਖੇਤਰਾਂ 'ਤੇ ਦੁਸ਼ਟ ਪ੍ਰਭਾਵ ਪੈਂਦੇ ਹਨ। ਦੋਸਤੋ ਜਿਹੜਾ ਹੈਗਾ ਜੀ ਆਮਦਨੀ ਵੀ ਦੋਸਤੋ ਜਿਹੜੀ ਹੈਗੀ ਆਪਣੀ ਘੱਟ ਜਾਂਦੀ ਹੈ। ਸੰਖਿਆ ਦੋਸਤੋ ਜਿਹੜਾ ਹੈਗਾ ਨਿਕਾਰ ਆ ਜਾਂਦਾ ਹੈ। ਪ੍ਰਦੂਸ਼ਣ ਅਤੇ ਬੇਰੁਜ਼ਗਾਰੀ ਵਿੱਚ ਵਾਧਾ ਹੁੰਦਾ ਹੈ, ਠੀਕ ਹੈ ਜੀ। ਅਤੇ ਜਿਹੜਾ ਜੁਰਮ ਵੀ ਵੱਧ ਜਾਂਦੇ ਹਨ। ਤਾਂ ਦੋਸਤੋ ਵਧੀ ਹੋਈ ਆਬਾਦੀ ਦੇ ਕਾਰਨ ਪੈਦਾ ਹੋਣ ਵਾਲੇ ਮਾੜੇ ਪ੍ਰਭਾਵ ਇਸ ਪ੍ਰਕਾਰ ਹਨ। ਤਾਂ ਦੇਖੋ ਦੋਸਤੋ ਸਭ ਤੋਂ ਪਹਿਲਾ ਪੁਆਇੰਟ ਕੀ ਹੈ ਆਪਣਾ, ਤਾਂ ਦੋਸਤੋ ਸਭ ਤੋਂ ਪਹਿਲਾ ਪੁਆਇੰਟ ਹੈ ਆਪਣਾ ਥਾਂ। ਵੱਧਦੀ ਹੋਈ ਜਨਸੰਖਿਆ ਦੇ ਰਹਿਣ ਵਾਸਤੇ ਦੋਸਤੋ ਥਾਂ ਦੀ ਉਪਲਬਧੀ ਕਰਨ ਦੇ ਲਈ ਜਿਹੜਾ ਹੈਗਾ ਦੋਸਤੋ ਆਪਣਾ ਜ਼ਰਾਇਤੀ ਜ਼ਮੀਨ ਅਤੇ ਮਕਾਨ ਉਸਾਰੀ ਕਰਨੀ ਪੈਂਦੀ ਹੈ, ਠੀਕ ਹੈ ਜੀ। ਵਣ ਕੱਟਣੇ ਪੈਂਦੇ ਹਨ। ਵਣਾਂ ਦੇ ਨਸ਼ਟ ਹੋਣ ਨਾਲ ਦੋਸਤੋ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਅਤੇ ਜਿਹੜੀਆਂ ਗੁੰਝਲਾਂ, ਜਿਵੇਂ ਕਿ ਜਲ ਚੱਕਰੀ ਵਿੱਚ ਕਮੀ ਅਤੇ ਭੌਖਰਨ ਆਦਿ ਪੈਦਾ ਹੋ ਜਾਂਦੀਆਂ ਹਨ। ਅਤੇ ਅੱਗੇ ਦੋਸਤੋ ਖਾਦ ਪਦਾਰਥਾਂ ਦੀ ਸਪਲਾਈ, ਯਾਨੀ ਕਿ ਫੂਡ ਸਪਲਾਈ। ਵੱਧਦੀ ਹੋਈ ਜਨਸੰਖਿਆ ਦੇ ਦੋਸਤੋ ਢਿੱਡ ਭਰਨ ਦੇ ਲਈ ਭੋਜਨ ਦੀ ਉਤਪੱਤੀ ਦੀ ਜਿਹੜੀ ਹੈਗੀ ਦਰ ਉਸ ਦਰ 'ਤੇ ਨਹੀਂ ਹੁੰਦੀ ਜਿਸ ਦਰ 'ਤੇ ਆਬਾਦੀ ਵੱਧਦੀ ਹੈ। ਇਸ ਘੱਟ ਦੇ ਕਾਰਨ ਲੋਕ ਜਿਹੜੇ ਹੈਗਾ ਵਿਸ਼ੇਸ਼ ਕਰਕੇ ਬੱਚੇ ਕੁਪੋਸ਼ਣ ਦਾ ਸ਼ਿਕਾਰ ਹੋ ਜਾਂਦੇ ਹਨ। ਲੋਕ ਦੁਰਲੱਭ ਹੋਣ ਨਾਲ ਦੋਸਤੋ ਉਹਨਾਂ ਅੰਦਰ ਜਿਹੜੇ ਹੈਗਾ ਖੂਨ ਦੀ ਘਾਟ ਵੀ ਪੈਦਾ ਹੁੰਦੀ ਹੈ। ਅੱਗੇ ਦੋਸਤੋ ਅਨਇੰਪਲੋਇਮੈਂਟ, ਬੇਰੁਜ਼ਗਾਰੀ। ਤਾਂ ਦੋਸਤੋ ਬਹੁਤੇ ਲੋਕ ਜਿਹੜੇ ਹੈਗੇ ਨੌਕਰੀ ਦੇ ਘੱਟ ਮੌਕੇ ਹੋਣ ਦੇ ਕਾਰਨ ਬੇਰੁਜ਼ਗਾਰ ਹੋ ਜਾਂਦੇ ਹਨ। ਅਤੇ ਬੇਰੁਜ਼ਗਾਰੀ ਦੇ ਕਾਰਨ ਕਈ ਪ੍ਰਕਾਰ ਦੀਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਦੋਸਤੋ ਆਪਣਾ ਕਈ ਪ੍ਰਕਾਰ ਦੀਆਂ ਦੋਸਤੋ ਮੁਜਰਮਾਨਾ ਗਤੀਵਿਧੀਆਂ, ਜਿਵੇਂ ਕਿ ਦੋਸਤੋ ਲੁੱਟਮਾਰ, ਡਾਕੇ ਅਤੇ ਕਤਲ ਆਦਿ ਵਿੱਚ ਜਿਹੜਾ ਹੈਗਾ ਵਾਧਾ ਹੋ ਜਾਂਦਾ ਹੈ। ਭਾਰਤ ਵਿੱਚ ਸਾਲ 1990 ਮਈ ਵਿੱਚ ਬੇਰੁਜ਼ਗਾਰ ਕਾਰੀਗਰਾਂ ਦੀ ਜਿਹੜੀ ਹੈਗੀ ਸੰਖਿਆ ਉਹ 13 ਮਿਲੀਅਨ ਸੀ, ਠੀਕ ਹੈ ਜੀ। ਤਾਂ ਅੱਗੇ ਹੈ ਦੋਸਤੋ ਸਿੱਖਿਆ। ਵੱਧਦੀ ਹੋਈ ਆਬਾਦੀ ਦੇ ਕਾਰਨ ਦੋਸਤੋ ਸਿੱਖਿਆ ਸਾਧਨਾਂ ਵਿੱਚ ਦਾਖਲ ਲੈਣ ਵਾਲਿਆਂ ਦੀ ਸੰਖਿਆ ਜਿਹੜੀ ਹੈਗੀ ਇੰਨੀ ਵੱਧ ਜਾਂਦੀ ਹੈ ਕਿ ਹਰੇਕ ਨੂੰ ਦੋਸਤੋ ਦਾਖਲ ਕਰਨਾ ਜਿਹੜਾ ਹੈਗਾ ਵਾ ਸੰਭਵ ਨਹੀਂ ਹੁੰਦਾ ਹੈ। ਵੱਧਦੀ ਹੋਈ ਆਬਾਦੀ ਦੇ ਕਾਰਨ ਦੋਸਤੋ ਸਿੱਖਿਆ ਦਾ ਮਿਆਰ ਡਿੱਗ ਜਾਂਦਾ ਹੈ। ਵਿਦਿਆਰਥੀ ਅਤੇ ਅਧਿਆਪਕ ਦੀ ਆਪਸੀ ਨੇੜਤਾ ਵਿੱਚ ਜਿਹੜੀ ਹੈਗੀ ਆ ਨਿਗਾਰ ਆ ਜਾਂਦਾ ਹੈ। ਸਕੂਲ ਛੱਡਣ ਵਾਲਿਆਂ ਦੀ ਗਿਣਤੀ ਵੱਧ ਜਾਂਦੀ ਹੈ। ਅੱਗੇ ਦੋਸਤੋ ਸਾਫ਼ ਸਫਾਈ ਦਾ ਜਿਹੜਾ ਹੈਗਾ ਵਾ ਨਾਕਿਸ ਪ੍ਰਬੰਧ। ਤਾਂ ਥੋੜ੍ਹੀ ਜਿਹੀ ਦੋਸਤੋ ਅਤੇ ਬਹੁਤ ਸਾਰੀਆਂ ਦੇ ਰਹਿਣ ਕਾਰਨ ਦੋਸਤੋ ਸਾਫ਼ ਸਫਾਈ ਦਾ ਇੰਤਜ਼ਾਮ ਅਤੇ ਸੁਵਿਧਾ ਦੇ ਠੀਕ ਨਾ ਹੋਣ ਦੇ ਕਾਰਨ ਦੋਸਤੋ ਕਈ ਪ੍ਰਕਾਰ ਦੀਆਂ ਮੁਸ਼ਕਿਲਾਂ ਪੈਦਾ ਹੋ ਜਾਂਦੀਆਂ ਹਨ। ਪ੍ਰਦੂਸ਼ਣ ਤਾਂ ਦੋਸਤੋ ਵੱਧਦੀ ਹੋਈ ਆਬਾਦੀ ਦੇ ਕਾਰਨ ਉਦਯੋਗੀਕਰਨ ਵਿੱਚ ਜਿਹੜਾ ਹੈਗਾ ਹੋਏ ਵਾਧੇ ਦੇ ਕਾਰਨ ਪ੍ਰਦੂਸ਼ਣ ਫੈਲਦਾ ਹੈ, ਜਿਸ ਦੇ ਕਾਰਨ ਦੋਸਤੋ ਹਵਾ, ਪਾਣੀ ਅਤੇ ਮਿੱਟੀ ਪ੍ਰਦੂਸ਼ਿਤ ਹੋ ਜਾਂਦੇ ਹਨ। ਅੱਗੇ ਦੋਸਤੋ ਕੀਮਤਾਂ ਵਿੱਚ ਵਾਧਾ। ਤਾਂ ਦੋਸਤੋ ਦੇਖੋ ਕਿ ਵੱਧਦੀ ਹੋਈ ਜਨਸੰਖਿਆ ਕਾਰਨ ਦੋਸਤੋ ਜਿਹੜਾ ਹੈਗਾ ਵਾ ਆਪਣਾ ਉਪਜ ਵਿੱਚ ਆਈ ਘਾਟ ਦੇ ਕਾਰਨ ਦੋਸਤੋ ਕੀਮਤਾਂ ਵਿੱਚ ਵਾਧਾ ਹੋਣ ਨਾਲ ਦੋਸਤੋ ਕਈ ਪ੍ਰਕਾਰ ਦੀਆਂ ਉਲਝਣਾਂ ਪੈਦਾ ਹੋ ਜਾਂਦੀਆਂ ਹਨ। ਅੱਗੇ ਦੋਸਤੋ ਐਨਰਜੀ ਕ੍ਰਾਈਸਿਸ, ਯਾਨੀ ਕਿ ਊਰਜਾ ਸੰਕਟ। ਤਾਂ ਊਰਜਾ ਦੀ ਦੋਸਤੋ ਉਤਪੱਤੀ ਅਤੇ ਉਸ ਦਰ ਅਤੇ ਤੇਜ਼ੀ ਨਾਲ ਨਹੀਂ ਪੈਦਾ ਹੁੰਦੀ ਜਿਸ ਦਰ ਨਾਲ ਦੋਸਤੋ ਇਸ ਦੀ ਮੰਗ ਵਿੱਚ ਵਾਧਾ ਹੋ ਜਾਂਦਾ ਹੈ। ਇਸ ਦੇ ਫਲਸਰੂਪ ਦੋਸਤੋ ਊਰਜਾ ਸੰਕਟ ਪੈਦਾ ਹੋ ਜਾਂਦਾ ਹੈ। ਅੱਗੇ ਦੋਸਤੋ ਆਖਰੀ ਪੁਆਇੰਟ ਆਪਣਾ ਹੈ ਕਿ ਬਈ ਪ੍ਰਸਥਿਤਿਕ ਪਤਨ, ਯਾਨੀ ਕਿ ਡਿਗਰੇਡੇਸ਼ਨ, ਠੀਕ ਹੈ ਜੀ। ਵੱਧਦੀ ਹੋਈ ਆਬਾਦੀ ਦੇ ਨਾਲ ਕਾਰਨ ਦੋਸਤੋ ਹਵਾ, ਪਾਣੀ, ਸ਼ੋਰ ਅਤੇ ਮਿੱਟੀ ਪ੍ਰਦੂਸ਼ਿਤ ਹੋ ਜਾਂਦੇ ਹਨ, ਜਿਸ ਦੇ ਕਾਰਨ ਦੋਸਤੋ ਪ੍ਰਸਥਿਤੀ ਦਾ ਦੋਸਤੋ ਜਿਹੜਾ ਹੈਗਾ ਵਾ ਪਤਨ ਹੋ ਜਾਂਦਾ ਹੈ। ਵਣਾਂ ਦੀ ਕਟਾਈ ਕਾਰਨ ਦੋਸਤੋ ਫਲਸਰੂਪ ਹੜ੍ਹ ਆਉਂਦੇ ਹਨ। ਭੂ ਖੁਰਦੀ ਅਤੇ ਜੰਗਲੀ ਜੀਵ ਦੇ ਨਿਵਾਸ ਸਥਾਨ ਨਸ਼ਟ ਹੋ ਜਾਂਦੇ ਹਨ। ਉਪਰੋਕਤ ਕਾਰਨਾਂ ਕਰਕੇ ਦੋਸਤੋ ਇਹ ਬਹੁਤ ਹੀ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਕਿ ਵਿਸ਼ਵ ਦੇ ਤੇਜ਼ੀ ਨਾਲ ਹੋ ਰਹੇ ਵਾਧੇ ਨੂੰ
ਰੋਕਿਆ ਜਾਵੇ। ਤਾਂ ਦੋਸਤੋ ਇੱਥੇ ਹੀ ਆਪਣਾ ਇਹ ਪੇਪਰ ਜਿਹੜਾ ਸੀਗਾ ਤੁਹਾਡਾ 12ਵੀਂ ਕਲਾਸ ਵਾਲਿਆਂ ਦਾ, ਠੀਕ ਹੈ ਜੀ, ਈਵੀਐਸ ਦਾ ਪੂਰਾ ਹੀ ਸੋਲਵ ਕਰ ਲਿਆ। ਜਿਵੇਂ ਕਿ 9ਵਾਂ ਪ੍ਰਸ਼ਨ ਸੀਗਾ, ਇਹ ਲਾਸਟ ਪ੍ਰਸ਼ਨ ਸੀਗਾ। ਇਸ ਤੋਂ ਬਾਅਦ ਦੋਸਤੋ ਕੁਛ ਵੀ ਨਹੀਂ ਹੈਗਾ, ਠੀਕ ਹੈ ਜੀ, ਜੋ ਕਿ ਤੁਹਾਡੇ ਕਲਾਸ 12ਵੀਂ ਵਾਲਿਆਂ ਦਾ, ਠੀਕ ਹੈ ਜੀ, ਇਨਵਾਇਰਮੈਂਟ ਐਜੂਕੇਸ਼ਨ ਵਾਤਾਵਰਣ ਸਿੱਖਿਆ ਦਾ ਇਹ ਪੇਪਰ ਸੀਗਾ, ਠੀਕ ਹੈ ਜੀ। ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਆਨਸਰ ਨੇ ਇਹ ਵਾਲਾ ਜਿਹੜਾ ਪੇਪਰ ਆ, ਤੇ ਇਹ ਪੰਜਾਬ ਬੋਰਡ ਨੇ ਆਪਣੀ ਸਾਈਟ 'ਤੇ ਵੀ ਇਹ ਜਾਰੀ ਕੀਤਾ ਹੋਇਆ ਸੀਗਾ। ਅਸੀਂ ਉਸ ਦਾ ਹੀ, ਠੀਕ ਹੈ ਜੀ, ਸੇਵ ਕਰਕੇ ਇਸ ਨੂੰ ਤੁਹਾਡਾ ਜਿਹੜਾ ਹੈਗਾ ਵਾ ਸੋਲੂਸ਼ਨ ਪ੍ਰੋਵਾਈਡ ਕਰਵਾਇਆ ਵਾ। ਇਹ ਦੋਸਤੋ ਜਿਹੜਾ ਪਹਿਲਾਂ ਸੀਗਾ ਇਹ ਸਿਰਫ ਇੰਗਲਿਸ਼ ਮੀਡੀਅਮ ਦੇ ਵਿੱਚ ਸੀਗਾ, ਇਸ ਨੂੰ ਅਸੀਂ ਪੰਜਾਬੀ ਮੀਡੀਅਮ ਦੇ ਵਿੱਚ ਕਨਵਰਟ ਕਰਕੇ ਤੁਹਾਡੇ ਤਿਆਰੀ ਲਈ, ਤਾਂ ਕਿ ਤੁਸੀਂ ਵਧੀਆ ਤੋਂ ਕਰ ਸਕੋ, ਕਿਉਂਕਿ ਪੰਜਾਬੀ ਮੀਡੀਅਮ ਵਾਲੇ ਵਿਦਿਆਰਥੀ ਕਾਫੀ ਜ਼ਿਆਦਾ ਹੈਗੇ ਨੇ। ਤਾਂ ਦੋਸਤੋ ਬਸ ਇਹੀ ਸੀਗਾ ਤੁਹਾਡੇ ਕਲਾਸ 12ਵੀਂ ਵਾਲੇ ਦਾ ਇਨਵਾਇਰਮੈਂਟ ਐਜੂਕੇਸ਼ਨ ਯਾਨੀ ਕਿ ਈਵੀਐਸ ਦਾ ਪੇਪਰ ਸੀਗਾ। ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਆਨਸਰ ਨੇ, ਇਹਨਾਂ ਵਿੱਚ ਕਾਫੀ ਕੁਐਸਚਨ ਤੁਹਾਨੂੰ ਆਪਣੇ ਪੇਪਰ ਦੇ ਵਿੱਚ ਦੇਖਣ ਨੂੰ ਮਿਲਣਗੇ, ਠੀਕ ਹੈ ਜੀ। ਤਾਂ ਦੋਸਤੋ ਬਸ ਅਗਰ ਤੁਹਾਡੀ ਕੋਈ ਕੁਐਰੀ ਹੈ ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਮੈਸੇਜ ਕਰ ਸਕਦੇ ਹੋ। ਇੰਸਟਾ ਆਈਡੀ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਏਗਾ। ਓਕੇ ਦੋਸਤੋ, ਚਲੋ ਠੀਕ ਹੈ ਜੀ।